ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਕੁਲਵੰਤ ਸਿੰਘ। ਇੱਕ ਨਵੀਂ ਚਰਚਾ ਦੇ ਨਾਲ ਮੈਂ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਫੇਰ ਤੁਹਾਡੇ ਰੂਬਰੂ ਹੋਏ ਹਾਂ। ਚਰਚਾ ਦਾ ਵਿਸ਼ਾ ਇੱਕ ਅਜਿਹਾ ਵਿਸ਼ਾ ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਇਨਸਾਨ ਦੇ ਨਾਲ ਜੁੜਿਆ ਹੋਇਆ, ਕਿਉਂਕਿ ਭੱਜ ਦੌੜ ਦੀ ਜ਼ਿੰਦਗੀ ਹੈ। ਕਿਤੇ ਨਾ ਕਿਤੇ ਕੁਛ ਨਾ ਕੁਛ ਪਰੇਸ਼ਾਨੀਆਂ ਆਉਂਦੀਆਂ ਨੇ। ਕੋਈ ਬਿਮਾਰ ਹੈ, ਕਿਸੇ ਨੂੰ ਕੋਈ ਟੈਨਸ਼ਨ ਹੈ, ਕਿਸੇ ਦਾ ਬਿਜ਼ਨਸ ਡੁੱਬ ਰਿਹਾ, ਕੋਈ ਕਿਸੇ ਤਰੀਕੇ ਨਾਲ ਦੁਖੀ ਹੈ, ਕੋਈ ਕਿਸੇ ਤਰੀਕੇ ਨਾਲ ਦੁਖੀ ਹੈ। ਲੇਕਿਨ ਇਸ ਸਾਰੇ ਸਿਸਟਮ ਦੇ ਦੌਰਾਨ ਉਹ ਸਾਰਾ ਇਸ ਵਰਤਾਰੇ ਦੇ ਵਿੱਚੋਂ ਆਪਾਂ ਕਿਸ ਤਰ੍ਹਾਂ ਨਿਕਲ ਸਕਦੇ ਹਾਂ, ਕਿਉਂਕਿ ਲੰਘੇ ਸਮੇਂ ਦੇ ਦੌਰਾਨ ਵੀ ਆਪਾਂ ਜਦੋਂ ਗੁਰਬਖਸ਼ ਸਿੰਘ ਨਾਗੀ ਹੋਣਾ ਦੇ ਨਾਲ ਜਦੋਂ ਆਪਾਂ ਇੱਕ ਇੰਟਰਵਿਊ ਕੀਤੀ ਸੀ, ਇੱਕ ਗੁਰਪ੍ਰੀਤ ਸਿੰਘ ਨਾਗੀ ਹੋਣਾ ਦੇ ਨਾਲ, ਗੁਰਪ੍ਰੀਤ ਸਿੰਘ ਹੋਣਾ ਦੇ ਨਾਲ ਵੀ, ਜਗਰਾਓਂ ਵਾਲੇ ਦੇ ਨਾਲ ਵੀ ਇੱਕ ਇੰਟਰਵਿਊ ਕੀਤੀ ਸੀ, ਤਾਂ ਉਹਨਾਂ ਦੋਨਾਂ ਦਾ ਇਹ ਕਹਿਣਾ ਸੀਗਾ ਕਿ ਵੀ ਇੱਕ ਸਮਾਂ ਅਜਿਹਾ ਆ ਗਿਆ ਸੀ ਕਿ ਉਹ ਆਤਮ ਹੱਤਿਆ ਤੱਕ ਕਰਨ ਚਲੇ ਗਏ ਸੀ। ਗੁਰਬਖਸ਼ ਸਿੰਘ ਨਾਗੀ ਹੋਣਾ ਦਾ ਕੁਛ ਹੋਰ ਸਿਸਟਮ ਸੀਗਾ, ਉਹਨਾਂ ਦੇ ਵੀ ਬਿਜ਼ਨਸ 'ਚ ਲਾਸ ਹੋ ਗਿਆ ਸੀਗਾ, ਅਤੇ ਗੁਰਪ੍ਰੀਤ ਸਿੰਘ ਜਗਰਾਓਂ ਵਾਲਿਆਂ ਦਾ ਵੀ ਬਿਜ਼ਨਸ ਦੇ ਵਿੱਚ 1 ਕਰੋੜ ਰੁਪਏ ਦਾ ਕੱਪੜੇ ਦਾ ਕਾਰੋਬਾਰ ਸੀ, ਉਹਨਾਂ ਦਾ ਵੀ ਲਾਸ ਹੋ ਗਿਆ ਸੀ। ਉਹਨਾਂ ਦੀ ਫੈਮਿਲੀ ਟੁੱਟ ਗਈ ਸੀ, ਉਹਨਾਂ ਦੀ ਵਾਈਫ ਨਾਲ ਉਹਨਾਂ ਦਾ ਤਲਾਕ ਹੋ ਗਿਆ ਸੀ, ਬੱਚੇ ਅਲੱਗ ਹੋ ਗਏ ਸੀ। ਉਹ ਕਹਿੰਦੇ ਸੀ ਮੇਰੇ ਜ਼ਿੰਦਗੀ ਦਾ ਜਿਉਣ ਦਾ ਕੋਈ ਮਕਸਦ ਹੀ ਨਹੀਂ ਰਹਿ ਗਿਆ। ਲੇਕਿਨ ਇਨ ਬਿਟਵੀਨ ਉਹਨਾਂ ਦੀ ਮੁਲਾਕਾਤ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਹੋਈ, ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ, ਇਹਨਾਂ ਤੋਂ ਟਿਪਸ ਲੈ ਕੇ ਇਹ ਤੁਸੀਂ ਸਾਰੇ ਉਹਨਾਂ ਵੀਡੀਓਜ਼ ਦੇ ਵਿੱਚ ਦੇਖ ਚੁੱਕੇ ਹੋ। ਇਹੋ ਜਿਹੀ ਕੀ ਗਿੱਦੜ ਸਿੰਘੀ ਜਿਹੜੀ ਆ ਉਹਨਾਂ ਨੂੰ ਸੁੰਘਾ ਦਿੰਦੇ ਨੇ, ਜਾਂ ਕੀ ਮੰਤਰ ਸਿਰ ਦੇ ਵਿੱਚ ਪਾ ਦਿੰਦੇ ਨੇ ਕਿ ਜਿਹੜਾ ਉਹ ਬੰਦਾ ਆਤਮ ਹੱਤਿਆ ਕਰਨ ਤੱਕ ਪਹੁੰਚਿਆ ਹੋਇਆ ਬੰਦਾ ਵੀ ਜਿਹੜਾ ਉਹ ਭੰਗੜੇ ਪਾਉਂਦਾ, ਜਿਹੜਾ ਉਹ ਤੁਰਿਆ ਫਿਰਦਾ ਰਹਿੰਦਾ। ਅਤੇ ਨਾਗੀ ਸਾਹਿਬ ਦਾ ਤਾਂ ਇਹ ਕਹਿਣਾ ਸੀ ਵੀ ਮੇਰੇ ਮੂੰਹ ਦੇ ਉੱਤੇ ਤੁਸੀਂ ਕਦੇ ਜਿਹੜਾ ਉਦਾਸੀ ਨਹੀਂ ਦੇਖੋ, ਹਰ ਟਾਈਮ ਹੱਸਦਾ ਖੇਡਦਾ ਮੇਰਾ ਤੁਸੀਂ ਚਿਹਰਾ ਦੇਖੋਗੇ। ਕੀ ਇਹੋ ਜਿਹਾ ਮੰਤਰ ਮਾਰਦੇ ਨੇ, ਆਓ ਪੁੱਛਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਜੀ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਪਰੇਸ਼ਾਨ ਬੰਦਾ ਆਤਮ ਹੱਤਿਆ ਕਰਨ ਦੀ ਬੰਦਾ ਸੋਚਦਾ ਹੋਇਆ, 2 ਬੰਦੇ ਤਾਂ ਮੈਨੂੰ ਮਿਲ ਹੀ ਗਏ ਕਿ ਮੈਂ ਆਤਮ ਹੱਤਿਆ ਕਰਨ ਲੱਗਾ ਸੀ। ਗੁਰਪ੍ਰੀਤ ਸਿੰਘ ਜਗਰਾਓਂ ਵਾਲੇ ਅਤੇ ਗੁਰਬਖਸ਼ ਸਿੰਘ ਨਾਗੀ, ਇਹ 2 ਬੰਦੇ ਐਸੇ ਸੀ ਜਿਹੜੇ ਕਹਿੰਦੇ ਸੀ ਵੀ ਅਸੀਂ ਪਰੇਸ਼ਾਨੀਆਂ ਤੋਂ ਤੰਗ ਆ ਕੇ, ਸਰੀਰ ਤੋਂ ਤੰਗ ਆ ਕੇ ਅਸੀਂ ਆਤਮ ਹੱਤਿਆ ਕਰਨ ਤੱਕ ਦੀ ਜਿਹੜੀ ਉੱਥੇ ਨੌਬਤ ਆ ਗਈ ਸੀ ਵੀ ਅਸੀਂ ਆਤਮ ਹੱਤਿਆ ਕਰ ਲੈਣੀ ਹੈ। ਅਤੇ ਮੁੜ ਕੇ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਤੁਹਾਨੂੰ ਮਿਲੇ, ਅਤੇ ਅੱਜ ਉਹ ਭੰਗੜੇ ਪਾਉਂਦੇ ਫਿਰਦੇ ਨੇ। ਕੀ ਇਹੋ ਜਿਹਾ ਮੰਤਰ ਪਾ ਦਿੰਦੇ ਉਹਨਾਂ ਦੇ ਸਿਰ ਦੇ ਵਿੱਚ ਜਿਹੜਾ ਬੰਦਾ ਜਿਹੜਾ ਉਹ ਠੀਕ ਹੋ ਜਾਂਦਾ, ਅਤੇ ਉਹ ਆਤਮ ਹੱਤਿਆ ਛੱਡ ਕੇ ਉਹ ਕਹਿੰਦਾ ਅਸੀਂ ਸਾਡੇ ਚਿਹਰੇ 'ਤੇ ਕਦੇ ਤੁਸੀਂ ਉਦਾਸੀ ਦੇਖੋਗੇ? ਕੁਲਵੰਤ ਜੀ, ਐਕਚੁਅਲ 'ਚ ਮੰਤਰ ਨਹੀਂ, ਅਸੀਂ ਸਿਰਫ ਸਾਹਮਣੇ ਵਾਲੇ ਨੂੰ ਸਟਰੈਸ ਦੀ ਜਿਹੜੀ ਮੈਨੇਜਮੈਂਟ ਹੈ ਉਹਨੂੰ ਮੈਨੇਜ ਕਿਵੇਂ ਕਰਨਾ ਅਸੀਂ ਉਹ ਸਿਖਾ ਦਿੰਦੇ ਹਾਂ। ਔਰ ਉਸ ਮੈਨੇਜਮੈਂਟ ਨੂੰ, ਉਹਨੂੰ ਮੈਨੇਜ ਕਰਨ ਦਾ ਤਰੀਕਾ ਕੋਈ ਵੀ ਇਨਸਾਨ ਸਿੱਖ ਲਵੇ ਤਾਂ ਉਹਦਾ ਸਟਰੈਸ ਦੇ ਪ੍ਰਤੀ ਨਜ਼ਰੀਆ ਬਦਲ ਜਾਏਗਾ। ਠੀਕ ਹੈ, ਅਸੀਂ ਸਿਰਫ ਉਸੇ ਨਜ਼ਰੀਏ ਨੂੰ ਡਾਈਵਰਟ ਕਰ ਦਿੰਦੇ ਹਾਂ। ਠੀਕ ਹੈ, ਕੁਛ ਚੰਗੇ ਵਿਚਾਰ ਦੇ ਨਾਲ, ਕੁਛ ਅੱਛੇ ਆਈਡੀਆਜ਼ ਦੇ ਨਾਲ। ਠੀਕ ਹੈ, ਤਾਂ ਸਟਰੈਸ ਨੂੰ ਮੈਨੇਜ ਕਰਨਾ, ਸਟਰੈਸ ਦੀ ਜਿਹੜੀ ਮੈਨੇਜਮੈਂਟ ਹੈ ਉਹ ਉਸ ਐਜੂਕੇਸ਼ਨ ਨਾਲ ਅਸੀਂ ਹਰ ਉਸ ਇਨਸਾਨ ਨੂੰ, ਹਰ ਉਸ ਪਰਿਵਾਰ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਜਿਹੜਾ ਕਿ ਇਸ ਦੌਰ 'ਚ ਗੁਜ਼ਰ ਰਿਹਾ ਹੁੰਦਾ, ਜਿਹਨੂੰ ਇਹ ਜ਼ਿੰਦਗੀ ਇੱਕ ਬੋਝ ਲੱਗਦੀ ਹੁੰਦੀ ਹੈ, ਤਾਂ ਉਹਨੂੰ ਅਸੀਂ ਉਸ ਤਰ੍ਹਾਂ ਦੀ ਐਜੂਕੇਸ਼ਨ ਨਾਲ ਜੋੜਦੇ ਹਾਂ ਕਿ ਇਹ ਬੋਝ ਲੱਗ ਰਹੀ ਜ਼ਿੰਦਗੀ ਉਹਨੂੰ ਇੱਕ ਮੌਕਾ ਲੱਗਣ ਲੱਗ ਪਵੇ ਪਰਮੇਸ਼ਰ ਦੁਆਰਾ। ਸੋ ਸਟਰੈਸ ਉਹਨਾਂ ਟਾਈਮ ਤੁਹਾਡੇ ਲਈ ਮੁਸੀਬਤ ਹੈ ਜਿੰਨਾ ਟਾਈਮ ਤੁਹਾਨੂੰ ਸਟਰੈਸ ਦੇ ਪ੍ਰਤੀ ਗਿਆਨ ਨਹੀਂ ਹੈ। ਠੀਕ ਹੈ, ਸਟਰੈਸ ਮੋਸਟਲੀ ਸਾਡੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਹੁੰਦੀਆਂ ਜਿਹੜੀਆਂ ਇਨਸਟੇਬਲ ਨੇ। ਠੀਕ ਹੈ, ਇਨਸਟੇਬਲ ਦਾ ਮਤਲਬ ਮੋਸਟਲੀ ਮਟੀਰੀਅਲਿਸਟਿਕ ਸਟਰੈਸ ਆ ਸਾਡੇ ਸਾਰਿਆਂ ਦੇ ਵਿੱਚ। ਠੀਕ ਹੈ, ਪਦਾਰਥਵਾਦੀ ਸਟਰੈਸ ਆ ਸਾਡੇ ਸਾਰਿਆਂ ਦੇ। ਮਤਲਬ ਜਿਵੇਂ ਕਿਸੇ ਨੂੰ ਬਿਜ਼ਨਸ 'ਚ ਲਾਸ ਹੋ ਗਿਆ ਤਾਂ ਉਹ ਪਦਾਰਥ ਦੀ ਵਾਲੀ ਲਾਈਫ ਜਿਹੜਾ ਜੀਵਨ ਸੀ ਉਹਦਾ ਲਾਸ ਹੈ। ਠੀਕ ਹੈ, ਤਾਂ ਹੁਣ ਅਸੀਂ ਸਾਰੀ ਜ਼ਿੰਦਗੀ ਨੂੰ ਅਗਰ ਪੂਰੀ ਦੀ ਪੂਰੀ ਲਾਈਫ ਨੂੰ 100% ਪਦਾਰਥਵਾਦੀ ਹੀ ਡਿਜ਼ਾਈਨ ਕਰਕੇ ਚੱਲਾਂਗੇ, ਬਾਕੀ ਜੋ ਵੈਲਿਊਏਬਲ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਪਿੱਛੇ ਰੱਖ ਕੇ ਚੱਲਦੇ ਹਾਂ, ਤਾਂ ਜਦੋਂ ਪਦਾਰਥਵਾਦੀ ਲਾਸ ਹੁੰਦਾ ਸਾਨੂੰ ਲੱਗਦਾ ਕਿ ਸਾਡੀ ਆਹੀ ਸਾਰਾ ਜੀਵਨ ਸੀ, ਆਹੀ ਸਾਡੀ ਜ਼ਿੰਦਗੀ ਸੀ, ਉਹ ਤਾਂ ਚਲੀ ਗਈ, ਹੁਣ ਮੇਰੇ ਕੋਲ ਕੁਛ ਨਹੀਂ ਰਿਹਾ। ਤਾਂ ਉਹ ਮਾਤਰ ਸਾਡੇ ਜੀਵਨ ਦਾ 2 ਤੋਂ 4% ਹਿੱਸਾ ਹੁੰਦਾ ਹੈ ਜਿਹਨੂੰ ਅਸੀਂ 100% ਮੰਨ ਕੇ ਜੀਵਨ ਡਿਜ਼ਾਈਨ ਕਰਕੇ ਚੱਲ ਰਹੇ ਹੁੰਦੇ ਹਾਂ ਜ਼ਿੰਦਗੀ ਨੂੰ। ਤਾਂ ਜਦੋਂ ਅਸੀਂ ਉਹਨਾਂ ਨੂੰ 95% ਪਾਸੇ ਪਿਆ ਹਿੱਸਾ, ਵੈਲਿਊਏਬਲ ਹਿੱਸਾ, ਜਿਹੜਾ ਬਹੁਤ ਹੀ ਜ਼ਿਆਦਾ ਕੀਮਤੀ ਹੈ, ਜਿਹੜਾ ਪੈਸੇ ਨਾਲ ਵੀ ਨਹੀਂ ਸਾਨੂੰ ਮਿਲਦਾ, ਲੋਕ ਉਹਨੂੰ ਲੈ ਕੇ ਤਰਸ ਰਹੇ ਹੁੰਦੇ ਨੇ, ਅਤੇ ਉਸ ਸਟਰੈਸਫੁਲ ਬੰਦੇ ਕੋਲ ਹੁੰਦਾ ਹੈ। ਔਰ ਉਹਦੇ 'ਚ ਬਹੁਤ ਸਾਰੇ ਲੋਕਾਂ ਕੋਲ ਉਹ ਹਿੱਸਾ ਹੁੰਦਾ ਹੀ ਨਹੀਂ ਹੈਗਾ, ਲੇਕਿਨ ਉਹਦੇ ਕੋਲ ਹੁੰਦਾ ਹੈ। ਤਾਂ ਉਹ ਜਦੋਂ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦੀਆਂ ਵੈਲਿਊਏਬਲ ਚੀਜ਼ਾਂ ਦੇ ਨਾਲ
ਸਟੇਬਲ ਚੀਜ਼ਾਂ ਦੇ ਨਾਲ ਮੁਲਾਕਾਤ ਕਰੋ ਨਾ। ਸਟੇਬਲ ਕੀ ਹੈ ਇਸ ਧਰਤੀ ਤੇ? ਪਰਮੇਸ਼ਰ ਤੋਂ ਇਲਾਵਾ ਕੁਝ ਵੀ ਸਟੇਬਲ ਨਹੀਂ ਹੈ, ਠੀਕ ਹੈ। ਇਹ ਜਿਹੜੀ ਬਾਡੀ ਇਨਸਟੇਬਲ ਹੈ, ਠੀਕ ਹੈ, ਇਨਸਟੇਬਲ ਬਾਡੀ ਅੱਜ ਹੈ ਕੱਲ ਨਹੀਂ ਹੈ। ਜਦੋਂ ਅਸੀਂ ਮੈਂ ਛੋਟੀ ਜਿਹੀ ਆਪਾਂ ਐਗਜ਼ਾਮਪਲ ਦਿੰਦੇ ਹਾਂ, ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਮੇਰਾ ਸਰੀਰ, ਆਪਾਂ ਇਹ ਨਹੀਂ ਕਹਿੰਦੇ ਕਿ ਮੈਂ ਸਰੀਰ। ਮੇਰਾ ਸਰੀਰ ਤੇ ਮੈਂ ਸਰੀਰ 'ਚ ਫਰਕ ਕੀ ਆ ਗਿਆ ਕਿ ਮੈਂ ਤੇ ਮੇਰਾ ਸਰੀਰ ਅਸੀਂ ਅਲੱਗ-ਅਲੱਗ ਹੈਗੇ, ਅਸੀਂ ਦੋ ਹੋ ਗਏ। ਹੁਣ ਜੇ ਸਰੀਰ ਮੇਰਾ ਸਰੀਰ ਹੈ, ਜੇ ਵਰਿੰਦਰ ਸਿੰਘ ਬੋਡੀ ਦਾ ਨਾਮ ਹੈ, ਠੀਕ ਹੈ, ਵਰਿੰਦਰ ਭੁੱਲਰ ਬੋਡੀ ਦਾ ਨਾਮ ਹੈ, ਲੇਕਿਨ ਇਹਦੇ ਅੰਦਰ ਜਿਹੜਾ ਚਾਲਕ ਹੈ ਮੀਨਸ ਆਤਮਾ, ਠੀਕ ਹੈ, ਉਹ ਸਟੇਬਲ ਹੈ, ਬੋਡੀ ਇਨਸਟੇਬਲ ਹੈ। ਤਾਂ ਅਸੀਂ ਲਾਈਫ ਨੂੰ ਇਨਸਟੇਬਲ ਵੇ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਵਾ ਔਰ ਇਨਸਟੇਬਲ ਚੀਜ਼ਾਂ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਵਾ। ਜਦੋਂ ਉਹਨਾਂ ਨਾਲ ਰਿਲੇਟਡ ਲਾਸ ਹੁੰਦਾ, ਹੁਣ ਬੋਡੀ ਆਪਾਂ ਨੂੰ ਕੋਈ ਰੋਗ ਲੱਗ ਗਿਆ ਔਰ ਰੋਗ ਇਸ ਤਰ੍ਹਾਂ ਦਾ ਲੱਗ ਗਿਆ ਕਿ ਡਾਕਟਰ ਕਹਿ ਰਿਹਾ ਜੀ ਇਹਦਾ ਇਲਾਜ ਨਹੀਂ ਹੈਗਾ, ਤਾਂ ਰੋਗ ਕਿਹਨੂੰ ਲੱਗਾ? ਸਟੇਬਲ ਚੀਜ਼ ਨੂੰ ਜਾਂ ਇਨਸਟੇਬਲ ਚੀਜ਼ ਨੂੰ? ਇਨਸਟੇਬਲ ਚੀਜ਼ ਨੂੰ ਰੋਗ ਲੱਗਾ। ਤੇ ਅੰਦਰ ਜਿਹੜੀ ਸਟੇਬਲ ਆ ਆਤਮਾ, ਉਹ ਤਾਂ ਰੋਗੀ ਨਹੀਂ ਹੈ, ਠੀਕ ਹੈ। ਹੁਣ ਜਦੋਂ ਇਹ ਦੋਨਾਂ ਚੀਜ਼ਾਂ ਦਾ ਕੰਪੈਰੀਜ਼ਨ ਸਮਝਾਇਆ ਜਾਂਦਾ ਹੈ ਤਾਂ ਅਗਰ ਉਹਦੀ ਸਟਰੈਸ ਰੋਗ ਨੂੰ ਲੈ ਕੇ ਹੈ ਤਾਂ ਮੈਨੇਜ ਕਰਨ ਲੱਗ ਪੈਂਦਾ। ਕਿਉਂ? ਉਹਨੂੰ ਫਿਰ ਇਹ ਸਮਝ ਲੱਗ ਜਾਂਦੀ ਮੈਂ ਤਾਂ ਸਰੀਰ ਨਹੀਂ ਆ ਨਾ, ਇਹ ਸਰੀਰ ਮੈਨੂੰ ਕੁਦਰਤ ਨੇ ਦਿੱਤਾ ਹੈ, ਇਹ ਮੇਰਾ ਸਰੀਰ ਹੈ, ਮੈਂ ਸਰੀਰ ਨਹੀਂ ਹੈ। ਤਾਂ ਮੈਂ ਅੰਦਰ ਇੱਕ ਆਤਮਾ ਦੇ ਰੂਪ ਦੇ ਵਿੱਚ ਹਾਂ ਜਿਹਨੇ ਜਾ ਕੇ ਪਰਮਾਤਮਾ ਨਾਲ ਮਿਲ ਜਾਣਾ, ਠੀਕ ਹੈ। ਫਿਰ ਉਹਨੂੰ ਇੱਕ ਹਲਕਾਪਨ ਫੀਲ ਹੁੰਦਾ, ਜਿਹੜੀ ਚੀਜ਼ ਨੂੰ ਬੋਝ ਲੱਗਦੀ ਹੈ ਫਿਰ ਉਹਨੂੰ ਮੌਕਾ ਲੱਗਦੀ ਹੈ। ਫਿਰ ਉਹ ਇਨਸਾਨ ਇਸੇ ਸਰੀਰ ਨੂੰ ਅੱਛਾ ਔਰ ਹੈਲਦੀ ਕਰਨ ਲਈ ਕੰਮ ਕਰਦਾ। ਕਿਉਂ? ਉਹਨੂੰ ਇਹ ਮਹਿਸੂਸ ਹੋ ਗਿਆ ਕਿ ਮੇਰੀ ਜਿਹੜੀ ਹੋਂਦ ਆ ਉਹ ਆਤਮਾ ਦੇ ਰੂਪ 'ਚ ਹੈ, ਠੀਕ ਹੈ। ਅਤੇ ਮੈਂ ਸਟਰੈਸ ਕਿਉਂ ਲੈ ਰਿਹਾ ਕਿ ਮੇਰੇ ਸਾਹਮਣੇ ਮੇਰਾ ਸਰੀਰ ਜਾਂਦਾ ਹੋਇਆ ਨਜ਼ਰ ਆ ਰਿਹਾ, ਮੈਂ ਇੱਕ ਦਿਨ ਖਤਮ ਹੋ ਜਾਣਾ, ਮੈਂ ਜਿਹੜਾ ਮਰ ਜਾਣਾ। ਤਾਂ ਉਹਨੂੰ ਆਪਣੀ ਜਿਹੜੀ ਸਟੇਬਿਲਿਟੀ, ਆਪਣੀ ਜਿਹੜੀ ਤਾਕਤ ਆਤਮਾ ਦੇ ਰੂਪ 'ਚ, ਜਿਹਨੇ ਪਰਮਾਤਮਾ ਨਾਲ ਜਾ ਕੇ ਮਿਲ ਜਾਣਾ ਹੈਗਾ, ਉਹ ਫਿਰ ਉਸ ਚੀਜ਼ ਨੂੰ ਲੈ ਕੇ ਇੱਕ ਰਿਲੀਫ ਫੀਲ ਕਰਦਾ ਹੈ ਕਿ ਇਨਸਟੇਬਲ ਮੇਰੇ ਕੋਲ ਇੱਕ ਚੀਜ਼ ਹੈ ਕਿ ਮੇਰਾ ਸਰੀਰ ਸਟੇਬਲ ਹੈਗਾ, ਮੈਂ ਆਤਮਾ ਦੇ ਰੂਪ ਦੇ ਵਿੱਚ, ਔਰ ਮੈਂ ਇਸ ਇਨਸਟੇਬਲ ਚੀਜ਼ ਨੂੰ ਲੈ ਕੇ ਜ਼ਿਆਦਾ ਸਟਰੈਸ ਹਾਂ, ਜਿਹੜੀ ਕੁਛ ਦਿਨਾਂ ਬਾਅਦ ਖਤਮ ਹੋ ਜਾਏਗੀ। ਜੇ ਖੋ ਵੀ ਜਾਏਗੀ ਤਾਂ ਉਸ ਤੋਂ ਬਾਅਦ ਮੈਂ ਆਤਮਾ ਦੇ ਰੂਪ ਦੇ ਵਿੱਚ ਪਰਮਾਤਮਾ 'ਚ ਮਿਲ ਜਾਣਾ। ਫਿਰ ਉਹਦੀਆਂ ਬਹੁਤ ਸਾਰੇ ਵਿਚਾਰ ਇੱਕ ਸ਼ੁੱਧੀਕਰਨ ਹੋ ਜਾਂਦਾ ਹੈ, ਠੀਕ। ਉਹ ਵਿਚਾਰਕ ਰੂਪ ਦੇ ਵਿੱਚ ਵੀ ਕਾਫੀ ਫਿਲਟਰ ਕਰ ਜਾਂਦਾ ਆਪਣੇ ਆਪ ਨੂੰ। ਕਿਉਂ? ਉਹਨੂੰ ਇਹ ਸਮਝ ਆ ਗਈ ਕਿ ਇਹ ਜਿਹੜੀ ਬਾਡੀ ਅੱਜ ਧੋਖਾ ਦੇਣ ਦੀ ਤਾਦਾਦ 'ਤੇ ਆ ਗਈ, ਪਰ ਮੈਨੂੰ ਜਿੰਨਾ ਵੀ ਸਮਾਂ ਇਸ ਸਰੀਰ ਦੇ ਵਿੱਚ ਮਿਲਿਆ, ਬਾਕੀ ਰਹਿੰਦਾ ਹੋਇਆ ਸਮਾਂ ਮੈਂ ਅੱਛੇ ਕੰਮਾਂ 'ਚ, ਅੱਛੇ ਵਿਚਾਰਾਂ ਨਾਲ ਔਰ ਲੋਕਾਂ ਦੀ ਦੇ ਪ੍ਰਤੀ ਜਿਹੜੀ ਈਰਸ਼ਾ ਹੈ, ਵੈਰ ਹੈ, ਵਿਰੋਧ ਹੈ, ਮੈਂ ਆਪਣੇ ਅੰਦਰੋਂ ਖ਼ਤਮ ਕਰ ਲੈਣਾ। ਦੁਨੀਆ ਮੈਨੂੰ ਜੋ ਮਰਜ਼ੀ ਕਰ ਰਹੀ ਹੋਵੇ, ਦੁਨੀਆ ਨੇ ਜਿਹੜਾ ਮਰਜ਼ੀ ਮੇਰੇ ਨਾਲ ਗਲਤ ਕੀਤਾ ਹੋਵੇ, ਮੈਂ ਸਾਰਿਆਂ ਦੇ ਪ੍ਰਤੀ ਮਾफ़ੀ ਵਾਲਾ ਐਟੀਟਿਊਡ ਬਣਾਉਣਾ ਹੈ। ਔਰ ਜਦੋਂ ਅਸੀਂ ਇਨਸਾਨ ਸਾਰਿਆਂ ਨੂੰ ਮਾफ़ ਕਰਨ ਵਾਲਾ ਐਟੀਟਿਊਡ ਬਣਾਉਂਦਾ ਹੈ, ਉਹ ਐਟੀਟਿਊਡ ਇਸ ਜ਼ਿੰਦਗੀ ਨੂੰ, ਤੁਹਾਡੀ ਜ਼ਿੰਦਗੀ ਨੂੰ ਖੂਬਸੂਰਤ ਕਰ ਦਿੰਦਾ ਹੈ, ਕਿਉਂਕਿ ਤੁਹਾਡੇ ਦਿਮਾਗ 'ਤੇ ਬੋਝ ਹੀ ਖਤਮ ਹੋ ਜਾਂਦਾ ਜਦੋਂ ਅਸੀਂ ਕਿਸੇ ਨੂੰ ਮਾफ़ ਕਰਨ ਵਾਲਾ ਐਟੀਟਿਊਡ ਬਣਾਤਾ, ਠੀਕ ਹੈ। ਔਰ ਜਦੋਂ ਅਸੀਂ ਕਿਸੇ ਦੀ ਗੱਲ ਨੂੰ ਲੰਬਾ ਟਾਈਮ ਹੋਲਡ ਰੱਖਦੇ ਹਾਂ, ਆ ਸਮੱਸਿਆ ਕੀ ਹੈਗੀ ਹੈ? ਮੈਨੂੰ ਕੁਲਵੰਤ ਜੀ ਨੇ ਇੱਕ ਗੱਲ ਕਰਤੀ ਔਰ ਮੈਂ ਉਸ ਗੱਲ ਨੂੰ ਲੈ ਕੇ, ਅੱਛਾ ਗੱਲ ਤਾਂ ਕੁਲਵੰਤ ਜੀ ਨੇ ਕੀਤੀ ਸੀ 2 ਮਿੰਟ ਦੀ, ਠੀਕ ਹੈ, ਉਹ ਮੈਨੂੰ ਪਿੰਚ ਕਰ ਗਈ ਔਰ ਉਹ ਗੱਲ ਮੈਂ 20 ਦਿਨ ਤੱਕ ਦਿਮਾਗ 'ਚ ਰੱਖੀ, ਦਿਲ 'ਚ ਰੱਖੀ। ਮੀਨਸ ਮੈਂ 20 ਦਿਨ ਤੱਕ ਉਸ ਗੱਲ ਨੂੰ ਹੋਲਡ ਕੀਤਾ। ਔਰ ਹੋਲਡ ਕਰਨ ਦੀ ਸਾਇੰਸ ਕੀ ਹੈ? ਮੈਂ ਖਾਲੀ ਗਲਾਸ ਤੁਹਾਨੂੰ ਹੱਥ 'ਚ ਪਕੜਾਉਣਾ ਹੈ ਔਰ ਉਸ ਗਲਾਸ ਨੂੰ ਆਪਾਂ ਇਸ ਤਰ੍ਹਾਂ ਹਵਾ ਦੇ ਵਿੱਚ ਪਕੜ ਕੇ ਖੜਨਾ ਹੈ। ਕਿੰਨੇ ਮਿੰਟ ਖੜਾਂਗੇ? 5 ਮਿੰਟ ਤੱਕ, 10 ਮਿੰਟ ਤੱਕ, ਹੱਦ 20 ਮਿੰਟ ਤੱਕ, ਸਰ 30 ਮਿੰਟ ਤੱਕ ਇਹ ਬਾਜੂ ਆਕੜ ਜਾਏਗੀ। ਔਰ ਤੁਸੀਂ 1 ਘੰਟੇ ਤੱਕ ਹੋਲਡ ਕਰੋਗੇ ਤਾਂ ਇਹ ਬਾਜੂ 'ਚ ਦਰਦ ਨਿਕਲੇਗੀ ਬੁਰੀ ਤਰ੍ਹਾਂ। ਔਰ ਜੇ ਤੁਸੀਂ 2 ਘੰਟੇ ਤੱਕ ਹੋਲਡ ਕਰੋਗੇ, ਹੋ ਸਕਦਾ ਹੈ ਨੀਲੀ ਵੀ ਪੈ ਜਾਏ, ਠੀਕ ਹੈ। ਤਾਂ ਕਹਿਣ ਦਾ ਮਤਲਬ, ਅਗਰ ਇੱਕ ਖਾਲੀ ਗਲਾਸ ਵੀ ਹੋਲਡ ਕਰਨ ਦੀ ਸਾਡੇ ਆਪਣੇ ਕੋਲ ਤਾਕਤ ਨਹੀਂ ਹੁੰਦੀਗੀ, ਅਤੇ ਸੇਮ ਦਿਮਾਗ ਦੇ ਅੰਦਰ ਕਿਸੇ ਦੀ ਗੱਲ ਨੂੰ ਲੰਬਾ ਟਾਈਮ ਹੋਲਡ ਕਰਨਾ ਵੀ ਇਸੇ ਤਰ੍ਹਾਂ ਹੀ ਹੈ। ਜਦੋਂ ਅਸੀਂ ਇੱਕ ਗੱਲ ਨੂੰ ਲੰਬਾ ਟਾਈਮ ਦਿਮਾਗ ਦੇ ਅੰਦਰ ਹੋਲਡ ਰੱਖਦੇ ਹਾਂ ਤਾਂ ਦਿਮਾਗ ਦੀ ਉਹ ਤਾਕਤ ਉਹਨੂੰ ਹੋਲਡ ਕਰਨ 'ਤੇ ਵੇਸਟ ਜਾ ਰਹੀ ਹੁੰਦੀ ਹੈ ਔਰ ਦਿਮਾਗ ਇੱਕ ਬੋਝ ਦੇ ਵਿੱਚ ਚਲੇ ਜਾਂਦਾ ਹੈ। ਦਿਮਾਗ ਦੇ ਵਿੱਚ ਸਟਰੈਸ ਬਣ ਜਾਂਦੀ ਹੈ, ਬੰਦਾ ਇਰੀਟੇਟ ਹੋਣ ਲੱਗ ਪੈਂਦਾ, ਫਰਸਟ੍ਰੇਟ ਹੋਣ ਲੱਗ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਜੋ ਇਨਸਾਨ ਕਰ ਰਿਹਾ ਹੁੰਦਾ ਹੈ, ਉਹਨਾਂ ਨੂੰ ਜਦੋਂ ਇਹ ਚੀਜ਼ਾਂ ਰਿਅਲਾਈਜ਼ ਕਰਵਾਈਆਂ ਜਾਂਦੀਆਂ ਨੇ ਕਿ ਤੇਰੇ ਅੰਦਰ ਬਹੁਤ ਸਾਰੀਆਂ ਤੂੰ ਆਪਣੀਆਂ ਦਿਮਾਗ ਨੂੰ, ਗੱਲਾਂ ਨੂੰ ਹੋਲਡ ਕਰਨ ਦੇ ਕੰਮ 'ਤੇ ਲਗਾਇਆ ਹੋਇਆ, ਉਹਨੂੰ ਚੁੱਕ ਕੇ ਬੈਠਾ ਹੋਇਆ ਤੂੰ, ਉਹਨਾਂ ਨੂੰ ਸੁੱਟ ਦੇ ਥੱਲੇ ਅਤੇ ਦਿਮਾਗ ਨੂੰ ਫਰੀ ਕਰ। ਇੱਕ ਵਾਰੀ ਇਹਨੂੰ ਫਰੀਲਾਂਸਰ ਦੀ ਤਰ੍ਹਾਂ ਲੈ ਕੇ ਆ ਔਰ ਉਸ ਤੋਂ ਬਾਅਦ ਤੇਰਾ ਬ੍ਰੇਨ ਜਦੋਂ ਫਰੀ ਹੋਏਗਾ, ਉਹ ਦੁਬਾਰਾ ਇੱਕ ਨਵੇਂ ਸਟੈਮਿਨਾ ਨਾਲ ਅੱਗੇ ਆਏਗਾ,
ਠੀਕ ਹੈ। ਔਰ ਸਟ੍ਰੈਸ ਉਹਨਾਂ ਟਾਈਮ ਤੁਹਾਡੇ ਲਈ ਖਤਰਨਾਕ ਹੈ ਜਿੰਨਾ ਟਾਈਮ ਤੁਸੀਂ ਉਹਨੂੰ ਮੁਸੀਬਤ ਸਮਝ ਰਹੇ ਹੋ। ਸਟ੍ਰੈਸ ਨੂੰ ਜਿਸ ਦਿਨ ਤੁਸੀਂ ਚੈਲੰਜ ਸਮਝ ਲਿਆ ਕਿ ਇਹ ਮੇਰੇ ਲਈ ਚੈਲੰਜ ਹੈ, ਤਾਂ ਤੁਹਾਨੂੰ ਉਹਦੇ ਪ੍ਰਤੀ ਤੁਹਾਡਾ ਨਜ਼ਰੀਆ ਬਦਲ ਜਾਣਾ। ਇਹ ਕਿਸ ਤਰ੍ਹਾਂ ਬਦਲ ਜਾਣਾ, ਮੈਂ ਐਗਜ਼ਾਮਪਲ ਦਿੰਦਾ। ਟੇਬਲ ਹੈ, ਅਗਰ ਉਸ ਟੇਬਲ ਨੂੰ ਮੈਂ ਇਹਨਾਂ ਦੋਹਾਂ ਹੱਥਾਂ ਦੇ ਉੱਪਰ ਉਠਾਵਾਂ ਤਾਂ ਉਹਦਾ ਵਜ਼ਨ ਜ਼ਿਆਦਾ ਹੋਣ ਕਰਕੇ ਮੈਂ ਅੱਗੇ ਨੂੰ ਡਿੱਗ ਪਊਂਗਾ, ਝੁਕ ਜਾਊਂਗਾ, ਠੀਕ ਹੈ। ਅਗਰ ਉਸੇ ਟੇਬਲ ਨੂੰ ਕਿਸੇ ਟ੍ਰੇਨਰ ਨੇ ਮੇਰੇ ਹੱਥ ਦੇ ਉੱਤੇ ਰੋਡ ਰੱਖੀ, ਫਿਰ ਉੱਪਰ ਟੇਬਲ ਰੱਖਤਾ, ਹੁਣ ਕੀ ਹੋਏਗਾ? ਹੁਣ ਮੈਂ ਉਹਨੂੰ ਉਠਾ ਵੀ ਸਕਦਾ, ਔਰ ਜਦੋਂ ਮੈਂ ਉਠਾਊਂਗਾ ਤਾਂ ਮੇਰੇ ਮਸਲ ਗਰੋਥ ਕਰਨਗੇ। ਉਹੀ ਟੇਬਲ ਜਿਹੜਾ ਮੈਨੂੰ ਅੱਗੇ ਗਿਰਾ ਰਿਹਾ ਸੀ, ਨੀਚੇ ਡੇਗ ਰਿਹਾ ਸੀ, ਉਹ ਇੱਕ ਵੈਲ ਟ੍ਰੇਨਰ ਦੇ ਥਰੂ ਉਹਨੇ ਮੈਨੂੰ ਇੱਕ ਟੈਕਟਿਕਸ ਦੱਸੀ, ਤਾਂ ਉਸੇ ਟੇਬਲ ਨੂੰ ਮੈਂ ਆਪਣੇ ਮਸਲ ਬਣਾਉਣ ਦੇ ਕੰਮ ਲੈ ਲਿਆ। ਗੈਟਿੰਗ? ਸੇਮ ਹੀ ਸਟ੍ਰੈਸ ਹੈ। ਜਦੋਂ ਅਸੀਂ ਸਟ੍ਰੈਸ ਨੂੰ ਬਿਨਾਂ ਹਾਂ ਇੰਨਾ ਜ਼ਰੂਰ ਹੁੰਦਾ ਹੈ ਕਿ ਜਿਹੜੇ ਦਿਨ ਸਾਡੇ ਸਟ੍ਰੈਸ ਵਾਲੇ ਹੁੰਦੇ ਆ, ਉਹਨਾਂ ਦਿਨਾਂ 'ਚ ਸਾਡੇ ਕੋਲ ਇੱਕ ਅੱਛਾ ਮੈਂਟਰ, ਅੱਛਾ ਗੁਰੂ, ਅੱਛਾ ਕੋਚ ਹੋਣਾ ਚਾਹੀਦਾ। ਜੇ ਅੱਛਾ ਗੁਰੂ, ਅੱਛਾ ਕੋਚ ਹੈ ਤਾਂ ਤੁਹਾਨੂੰ ਸਟ੍ਰੈਸ ਨੂੰ ਮੈਨੇਜ ਕਰਨਾ ਸਿਖਾ ਦਿੰਦਾ ਹੈ, ਠੀਕ ਹੈ। ਔਰ ਸਟ੍ਰੈਸ ਮੈਨੇਜਮੈਂਟ 'ਚ ਇਹੀ ਮੇਨ ਚੀਜ਼ਾਂ ਨੇ ਕਿ ਇੱਕ ਤਾਂ ਉਹ ਅਗਰ ਸਟ੍ਰੈਸ ਕਿਸੇ ਦੀ ਗੱਲ ਤੋਂ ਹੈ ਤਾਂ ਉਹਨੂੰ ਮਾਫ ਕਰਨ ਦਾ ਵਾਲਾ ਐਟੀਟਿਊਡ ਬਣਾਓ, ਤਾਂ ਜੋ ਤੁਹਾਡਾ ਪ੍ਰੈਜ਼ੈਂਟ ਖਰਾਬ ਨਾ ਹੋਵੇ। ਹੁਣ ਹੁੰਦਾ ਕੀ ਹੈ, ਦੁਨੀਆ ਦਾ 80-90% ਜਿਹੜਾ ਤਬਕਾ ਵਾ, ਉਹ ਦੋ ਮੁੱਖ ਚੀਜ਼ਾਂ ਨੂੰ ਲੈ ਕੇ ਸਟ੍ਰੈਸ ਹੈ ਉਹਨਾਂ ਦੇ ਵਿੱਚ। ਪਹਿਲੀ ਐਂਜ਼ਾਈਟੀ ਮੀਨਸ ਚਿੰਤਾ। ਐਂਜ਼ਾਈਟੀ ਕਿਸ ਚੀਜ਼ ਲਈ ਹੁੰਦੀ ਹੈ? ਫਿਊਚਰ ਲਈ, ਕਿ ਅੱਗੇ ਕੀ ਹੋਏਗਾ, ਅੱਗੇ ਆਹ ਚੀਜ਼ ਕਿਵੇਂ ਹੋਏਗੀ, ਪਤਾ ਨਹੀਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ। ਅੱਛਾ, ਦੂਸਰਾ ਹੈਗਾ ਡਿਪਰੈਸ਼ਨ। ਡਿਪਰੈਸ਼ਨ ਕਿਸ ਚੀਜ਼ ਦਾ ਹੁੰਦਾ? ਪਾਸਟ ਦਾ। ਹਾਏ ਇਹ ਕਿਉਂ ਹੋ ਗਿਆ, ਇਹ ਮੇਰੇ ਨਾਲ ਹੀ ਕਿਉਂ ਹੋਇਆ, ਇਹ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਸੀ। ਜੋ ਗੁਜ਼ਰ ਗਿਆ ਜਾਂ ਤਾਂ ਸਾਡੇ ਦਿਮਾਗ 'ਤੇ ਇਸ ਚੀਜ਼ ਦਾ ਬੋਝ ਹੈ, ਜੋ ਆਉਣ ਵਾਲਾ ਹੈ ਜਾਂ ਉਸ ਚੀਜ਼ ਦਾ ਬੋਝ ਹੈ। ਅਤੇ ਖਰਾਬ ਕੀ ਹੋ ਰਿਹਾ? ਪ੍ਰੈਜ਼ੈਂਟ, ਵਰਤਮਾਨ ਅਸੀਂ ਖਰਾਬ ਕਰ ਲਿਆ। ਅਤੇ ਸਾਡੇ ਹੱਥ ਵਿੱਚ ਕੀ ਹੈ? ਅੱਛਾ, ਦੋਨੇ ਚੀਜ਼ਾਂ ਹੀ ਰੀਅਲ ਨਹੀਂ ਹੈਗੀਆਂ। ਐਂਜ਼ਾਈਟੀ ਫਿਊਚਰ ਨੂੰ ਲੈ ਕੇ ਆ, ਉਹ ਤੁਹਾਡੇ ਹੱਥ 'ਚ ਨਹੀਂ ਹੈ, ਔਰ ਡਿਪਰੈਸ਼ਨ ਪਾਸਟ ਨੂੰ ਲੈ ਕੇ ਉਹ ਗੁਜ਼ਰ ਚੁੱਕਿਆ ਹੈ। ਤਾਂ ਦੋਨੇ ਹੀ ਅਸੀਂ ਖਾਲੀ ਗਲਾਸ ਵਾਲੀ ਕਹਾਣੀ ਹੋ ਜਾਂਦੀ ਹੈਗੀ ਆ। ਦੋਨੇ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੈਗੀਆਂ, ਉਹਦੇ ਵਿੱਚ ਕੁਛ ਨਹੀਂ ਹੈਗਾ। ਸਾਡੇ ਹੱਥ 'ਚ ਕੀ ਹੈ? ਵਰਤਮਾਨ, ਪ੍ਰੈਜ਼ੈਂਟ। ਔਰ ਅਸੀਂ ਇਹਨਾਂ ਦੋਨਾਂ ਚੱਕਰ ਦੇ ਵਿੱਚ ਪ੍ਰੈਜ਼ੈਂਟ ਖਰਾਬ ਕਰੀ ਜਾਂਦੇ ਹਾਂ ਆਪਦਾ। ਅੱਛਾ, ਜੇ ਅਸੀਂ ਆਪਣੇ ਬ੍ਰੇਨ ਨੂੰ ਪ੍ਰੈਜ਼ੈਂਟ ਦੇ ਵਿੱਚ ਵਾਪਸ ਲੈ ਆਈਏ, ਵਰਤਮਾਨ ਦੇ ਵਿੱਚ ਵਾਪਸ ਲੈ ਆਈਏ, ਜੋ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਇਨਵੋਲਵ ਕਰਕੇ ਚੱਲੀਏ, ਤਾਂ ਜੋ ਗੁਜ਼ਰ ਗਿਆ ਔਰ ਉਹਦੀਆਂ ਗਲਤੀਆਂ ਔਰ ਜੋ ਆਉਣ ਵਾਲਾ ਸਮਾਂ, ਉਹਦੀ ਅੱਛੀ ਡਿਜ਼ਾਈਨਿੰਗ ਅਸੀਂ ਪ੍ਰੈਜ਼ੈਂਟ 'ਚ ਖੜ ਕੇ ਕਰ ਸਕਦੇ ਹਾਂ। ਔਰ ਜਦੋਂ ਸਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਕਿ ਜੋ ਗੁਜ਼ਰ ਗਿਆ ਮੇਰੇ ਹੱਥ 'ਚ ਨਹੀਂ, ਪਰ ਉਹਦੇ ਤੋਂ ਮੈਂ ਇੱਕ ਸਬਕ ਲੈ ਲੈਣਾ, ਠੀਕ ਹੈ, ਉਹ ਮੇਰਾ ਟੀਚਰ ਹੈ। ਜੋ ਪਾਸਟ ਹੈ, ਜਿਹਨੂੰ ਲੈ ਕੇ ਡਿਪਰੈਸ਼ਨ ਹੈ, ਉਹ ਮੇਰਾ ਟੀਚਰ ਹੈ। ਔਰ ਇਹਨੂੰ ਲੈ ਕੇ ਸਟ੍ਰੈਸ ਮੈਨੇਜਮੈਂਟ 'ਚ ਅਸੀਂ ਸਪੈਸ਼ਲ ਦੱਸਦੇ ਹਾਂ ਕਿ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਦਾ ਡਿਪਰੈਸ਼ਨ ਹੈ, ਕਿਉਂ ਪਾਸਟ ਜੋ ਸਾਡੇ ਨਾਲ ਗਲਤ ਹੋਇਆ, ਉਸ ਚੀਜ਼ ਨੂੰ ਲੈ ਕੇ ਮੇਰੇ ਦਿਮਾਗ 'ਤੇ ਡਿਪਰੈਸ਼ਨ ਹੈ। ਅਤੇ ਜੇ ਮੈਂ ਉਹਨੂੰ ਬ੍ਰੇਨ ਨੂੰ ਉਹਦੇ ਤੋਂ ਫਰੀ ਕਰਨਾ ਹੈ, ਉਹਨੂੰ ਹੋਲਡ ਕਰਕੇ ਮੇਰਾ ਬ੍ਰੇਨ ਬੈਠਾ ਹੋਇਆ ਇਸ ਤਰ੍ਹਾਂ ਕਰਕੇ ਫਰੀ ਕਰਨਾ ਹੈ, ਤਾਂ ਇਹਦਾ ਬੜਾ ਅੱਛਾ ਇੱਕ ਇਲਾਜ ਹੈ, ਬੜੀ ਅੱਛੀ ਇੱਕ ਰੈਮਡੀਜ਼ ਆ। ਉਹ ਹੈਗੀ ਇੱਕ ਪੈਨ ਅਤੇ ਇੱਕ ਡਾਇਰੀ। ਇੱਕ ਪੈਨ, ਇੱਕ ਡਾਇਰੀ, ਉਹਨਾਂ ਲਾਈਨਾਂ ਨੂੰ ਬੈਠ ਕੇ ਲਿਖ ਲਓ ਆਪਣੀ ਭਾਸ਼ਾ 'ਚ, ਜਿਹੜੀਆਂ ਲਾਈਨਾਂ ਤੋਂ ਤੁਸੀਂ ਡਿਪਰੈਸ਼ਨ 'ਚੋਂ ਤੁਸੀਂ ਲਿਖ ਲਓ, ਹਾਂ ਮੈਨੂੰ ਬਿਜ਼ਨਸ ਦੇ ਵਿੱਚ ਲਾਸ ਹੋ ਗਿਆ, ਠੀਕ ਹੈ। ਤੁਸੀਂ ਲਿਖ ਲਓ, ਮੈਨੂੰ ਇੰਨੇ ਸਮੇਂ ਤੋਂ ਮੈਂ ਇਸ ਰੋਗ ਦਾ ਰੋਗੀ ਹਾਂ, ਜਿਸ ਚੀਜ਼ ਤੋਂ ਡਿਪਰੈਸ਼ਨ ਹੈ। ਅਤੇ ਤੁਸੀਂ ਲਿਖ ਲਓ, ਹਾਂ ਮੇਰੇ ਫੈਮਿਲੀ ਦੇ ਵਿੱਚ ਰਿਲੇਸ਼ਨ ਅੱਛੇ ਨਹੀਂ ਹਨ, ਮੈਂ ਇਸ ਚੀਜ਼ ਤੋਂ ਡਿਪਰੈਸ਼ਨ। ਤੁਸੀਂ ਲਿਖ ਲਓ, ਮੇਰੇ ਆਪਣੇ ਪੇਰੈਂਟਸ ਦੇ ਨਾਲ ਅਗਰ ਕੋਈ ਮਤਭੇਦ ਨੇ, ਉਸ ਚੀਜ਼ ਤੋਂ ਡਿਪਰੈਸ਼ਨ। ਲਿਖੋ, ਉਸ ਲਾਈਨ ਨੂੰ ਲਿਖੋ ਆਪਣੀ ਡਾਇਰੀ 'ਤੇ। ਹਾਂ, ਤੁਹਾਡੇ ਆਪਣੇ ਭੈਣ ਭਰਾਵਾਂ ਨਾਲ ਕੋਈ ਮਤਭੇਦ ਹੈ ਤਾਂ ਉਸ ਚੀਜ਼ ਤੋਂ ਡਿਪਰੈਸ਼ਨ ਹੈ ਤਾਂ ਉਹਨੂੰ ਲਿਖੋ। ਤੁਹਾਡੇ ਆਪਣੇ ਸੱਜਣਾਂ ਨਾਲ, ਦੋਸਤਾਂ ਨਾਲ ਨੇ ਤਾਂ ਉਹਨੂੰ ਲਿਖੋ। ਤੁਹਾਨੂੰ ਕਿਸੇ ਫਰੈਂਡ ਨੇ ਧੋਖਾ ਦੇ ਦਿੱਤਾ ਤਾਂ ਉਹਨੂੰ ਲਿਖੋ। ਜਦੋਂ ਤੁਸੀਂ ਉਹਨੂੰ ਲਿਖੋਗੇ ਨਾ, ਡਾਇਰੀ 'ਤੇ ਉਤਾਰੋਗੇ, ਤਾਂ ਉਤਾਰਦੇ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ, ਡਾਇਰੀ 'ਤੇ ਉਤਾਰਦੇ ਤੁਹਾਨੂੰ ਤੁਹਾਡੇ ਦਿਮਾਗ ਨੇ ਉਹਦੇ ਹੱਲ ਦੇਣੇ ਸ਼ੁਰੂ ਕਰ ਦੇਣੇ, ਸੋਲਿਊਸ਼ਨ ਦੇਣਾ ਸ਼ੁਰੂ ਕਰ ਦੇਣਾ, ਕਿਉਂਕਿ ਉਹਨੂੰ ਤੁਸੀਂ ਆਪਣੇ ਬ੍ਰੇਨ 'ਚੋਂ ਕੱਢ ਰਹੇ ਹੋ। ਜਦੋਂ ਤੁਸੀਂ ਉਹ ਲਿਖੋਗੇ ਆਪਣੀ ਡਾਇਰੀ 'ਤੇ, ਹਰ ਜਿਹੜੀ ਗੱਲ ਤੋਂ ਤੁਹਾਨੂੰ ਡਿਪਰੈਸ਼ਨ ਹੈ, ਫਿਲਹਾਲ ਆਪਾਂ ਗੱਲ ਡਿਪਰੈਸ਼ਨ ਦੀ ਕਰ ਰਹੇ, ਕਿਉਂਕਿ ਦੋ ਚੀਜ਼ਾਂ ਨੂੰ ਲੈ ਕੇ ਸਮਾਜ 'ਚ ਸਟ੍ਰੈਸ ਜਨਮ ਲੈ ਰਹੀ ਹੈ। ਡਿਪਰੈਸ਼ਨ ਲੰਘ ਚੁੱਕੇ ਸਮੇਂ ਦੀ, ਐਂਜ਼ਾਈਟੀ ਮਤਲਬ ਚਿੰਤਾ ਆਉਣ ਵਾਲੇ ਸਮੇਂ ਦੀ। ਤਾਂ ਸਭ ਤੋਂ ਪਹਿਲਾਂ ਡਿਪਰੈਸ਼ਨ ਦੇ ਉੱਤੇ, ਤਾਂ ਜੋ ਸਾਡੇ ਅਸੀਂ ਦਿਮਾਗ ਦੇ ਉੱਤੋਂ ਇੱਕ ਪੰਡ ਉਤਾਰੀਏ, ਉਹ ਪੰਡ ਉਤਾਰ ਕੇ ਡਾਇਰੀ 'ਤੇ ਲੈ ਆਉਣੀ ਆਪਾਂ।
ਉਹ ਪੰਡ ਕਿਹੜੀ ਜਿਹੜੀਆਂ ਗੱਲਾਂ ਤੋਂ ਦੁਖੀ ਆ ਪਰੇਸ਼ਾਨ ਆ ਉਹਨੂੰ ਡਾਇਰੀ ਤੋਂ ਉਤਾਰ ਦਿਓ ਬਸ। ਜਦੋਂ ਡਾਇਰੀ ਤੇ ਉਤਾਰੋਗੇ ਇਹ ਮੇਰਾ ਵਾਅਦਾ 50% ਉਤਾਰਦੇ ਤੁਸੀਂ ਰਿਲੈਕਸ ਹੋ ਜਾਣਾ। ਜਿਹੜਾ 50% ਹੈਗਾ ਉਹ ਜਦੋਂ ਤੁਸੀਂ ਉਹਨਾਂ ਲਾਈਨਾਂ ਨੂੰ ਪੜ੍ਹਨਾ ਸ਼ੁਰੂ ਕਰੋਗੇ ਰੈਗੂਲਰ, ਅੱਛਾ ਇਸ ਤੋਂ ਦੁਖੀ ਆਹ ਚੀਜ਼, ਤਾਂ ਉਹ ਬ੍ਰੇਨ ਨੇ ਤੁਹਾਨੂੰ ਉਹਦੇ ਹੱਲ ਦੇਣੇ ਸ਼ੁਰੂ ਕਰ ਦੇਣੇ ਆ। ਹੁਣ ਤੁਹਾਡਾ ਪਹਿਲਾਂ ਕੀ ਸੀ ਕਿ ਬ੍ਰੇਨ 'ਚ ਸੀ, ਉਹ ਇੱਥੇ ਸੀ, ਉਹਦਾ ਵਜਨ ਸੀ, ਬਹੁਤ ਵੱਡਾ ਲੋਡ ਸੀ। ਡੈਰੀ 'ਤੇ ਅਗਰ ਤੁਸੀਂ ਪੜ੍ਹ ਰਹੇ ਹੋ, ਹੁਣ ਦਿਮਾਗ ਉਹਨੂੰ ਪੜ੍ਹ ਵੀ ਰਿਹਾ ਅਤੇ ਦਿਮਾਗ ਉਹਨੂੰ ਚੈਲੰਜ ਸਮਝ ਕੇ ਉਹਦਾ ਹੱਲ ਵੀ ਦੇ ਰਿਹਾ, ਕਿਉਂਕਿ ਤੁਸੀਂ ਉਹਦੀ ਕੁਐਸਚਨ ਪੇਪਰ ਬਣਾ ਲਿਆ ਨਾ। ਜਦੋਂ ਅਸੀਂ ਕੁਐਸਚਨ ਪੇਪਰ ਪੜ੍ਹਦੇ ਹਾਂ ਤਾਂ ਆਨਸਰ ਆਪਣੇ ਆਪ ਹੀ ਕ੍ਰੀਏਟ ਹੋਣ ਲੱਗ ਪੈਂਦਾ। ਫਿਲਹਾਲ ਸਾਡੇ ਕੋਲ ਕੁਐਸਚਨ ਹੀ ਨਹੀਂ ਹੈਗਾ ਸੀ, ਫਿਲਹਾਲ ਸਾਡੇ ਕੋਲ ਵਜਨ ਸੀ, ਉਹ ਵਜਨ ਤੋਂ ਲੋਡ ਤੋਂ ਇਲਾਵਾ ਕੁਛ ਨਹੀਂ ਸੀ। ਅਤੇ ਸੈਕਿੰਡ ਪਾਰਟ ਕੀ ਆ ਗਿਆ, ਐਂਜ਼ਾਈਟੀ। ਆਉਣ ਵਾਲੇ ਸਮੇਂ ਫਿਊਚਰ ਦਾ, ਆਉਣ ਵਾਲੇ ਸਮੇਂ 'ਤੇ ਵੀ ਇੱਕ ਪੇਜ ਦੂਸਰਾ ਓਪਨ ਕਰ ਲਓ ਡਾਇਰੀ 'ਤੇ, ਜਿਹੜੀ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਐਂਜ਼ਾਈਟੀ ਹੈ, ਚਿੰਤਾ ਹੈ, ਉਹਨੂੰ ਲਿਖ ਲਓ। ਜਦੋਂ ਤੁਸੀਂ ਲਿਖੋਗੇ, ਅੱਛਾ ਤੁਸੀਂ ਗੁਜ਼ਰ ਚੁੱਕੇ ਸਮੇਂ ਦਾ ਲੋਡ ਵੀ ਪੇਪਰ 'ਤੇ ਉਤਾਰਤਾ, ਵਜਨ ਉਤਾਰਤਾ, ਆਉਣ ਵਾਲੇ ਸਮੇਂ ਦਾ ਲੋਡ ਵੀ, ਉਹਦੀਆਂ ਵੀ ਲਾਈਨਾਂ ਲਿਖ ਲਓ। ਜਿਹੜੀ ਚੀਜ਼ ਤੋਂ ਤੁਹਾਨੂੰ ਡਰ ਹੈ, ਮੇਰੇ ਨਾਲ ਆਹ ਨਾ ਹੋ ਜਾਵੇ, ਮੇਰਾ ਆਹ ਲੋਸ ਨਾ ਹੋ ਜਾਵੇ, ਮੇਰੇ ਜੋ ਵੀ ਜਿਹੜੀ ਵੀ ਕੈਟਾਗਰੀ ਨੂੰ ਲੈ ਕੇ ਤੁਸੀਂ ਫਾਈਨੈਂਸ਼ਲੀ ਤੁਹਾਨੂੰ ਲੋਸ ਹੈ, ਡਰ ਲੱਗ ਰਿਹਾ, ਇਮੋਸ਼ਨਲੀ ਕਿ ਡਰ ਲੱਗ ਰਿਹਾ, ਫੈਮਿਲੀ ਨੂੰ ਲੈ ਕੇ ਕੋਈ ਡਰ ਲੱਗ ਰਿਹਾ, ਕੋਈ ਬਿਜ਼ਨਸ ਨੂੰ ਲੈ ਕੇ ਡਰ ਲੱਗ ਰਿਹਾ, ਕੁਛ ਜਿਹੜੀ ਚੀਜ਼ ਨੂੰ ਲੈ ਕੇ ਤੁਹਾਨੂੰ ਐਂਜ਼ਾਈਟੀ, ਉਹਨੂੰ ਪੇਪਰ 'ਤੇ ਲਿਖੋ, ਡਾਇਰੀ 'ਤੇ ਲਿਖੋ। ਜਦੋਂ ਤੁਸੀਂ ਡਾਇਰੀ 'ਤੇ ਲਿਖੋਗੇ, ਤੁਹਾਡੇ ਬ੍ਰੇਨ ਨੇ ਆਪਣਾ ਦੋਨਾਂ ਚੀਜ਼ਾਂ ਦਾ ਲੋਡ ਉਤਾਰ ਕੇ ਪੇਪਰ 'ਤੇ ਰੱਖ ਲਿਆ। ਹੁਣ ਬ੍ਰੇਨ ਫਰੀ ਆ। ਜਦੋਂ ਬ੍ਰੇਨ ਫਰੀ ਹੈ ਤਾਂ ਤੁਸੀਂ ਦੋਨਾਂ ਚੀਜ਼ਾਂ ਨੂੰ ਪੜ੍ਹੋਗੇ, ਪੜ੍ਹਨਾ ਹੈ, ਇਹ ਨਹੀਂ ਬੰਦ ਰੱਖ, ਉਹਨੂੰ ਪੜ੍ਹਨਾ ਹੈ। ਜਦੋਂ ਦੋਨਾਂ ਚੀਜ਼ਾਂ ਨੂੰ ਪੜ੍ਹੋਗੇ ਤਾਂ ਬ੍ਰੇਨ ਤੁਹਾਡਾ ਪ੍ਰੈਜ਼ੈਂਟ 'ਚ ਲੈ ਆਏਗਾ, ਤੁਹਾਨੂੰ ਵਰਤਮਾਨ 'ਚ ਤੁਹਾਨੂੰ ਖੜਾ ਕਰ ਦੇਗਾ ਵੀ ਇਹ ਦੋ ਚੀਜ਼ਾਂ ਲੰਘ ਗਈਆਂ ਦੀਆਂ ਔਰ ਆਉਣ ਵਾਲੇ ਸਮੇਂ ਦੀਆਂ ਇਹ ਜਿਹੜੀਆਂ ਮੈਨੂੰ ਇੱਕ ਸਟਰੈਸ ਦੀ ਮੇਰੇ ਜੀਵਨ ਨੂੰ ਸਟਰੈਸ 'ਚ ਲੈ ਗਈਆਂ ਸੀ। ਔਰ ਉਸ ਤੋਂ ਬਾਅਦ ਦਿਮਾਗ ਨੇ ਸਾਨੂੰ ਵਰਤਮਾਨ ਜੀਵਨ ਦੇ ਵਿੱਚ ਲੈ ਆਉਣਾ, ਔਰ ਉਹ ਸਟਰੈਸ ਜਿਹੜੀ ਕਿ ਮੁਸੀਬਤ ਸੀ ਔਰ ਉਹ ਸਟਰੈਸ ਜਿਹੜੀ ਸਾਨੂੰ ਜ਼ਿੰਦਗੀ ਨੂੰ ਇੱਕ ਬੋਝ ਬਣਾ ਕੇ ਚੱਲ ਰਹੀ ਸੀ, ਉਹ ਪਰਮੇਸ਼ਰ ਦੁਆਰਾ ਦਿੱਤਾ ਗਿਆ ਇੱਕ ਮੌਕਾ ਸਾਨੂੰ ਫੀਲ ਕਰਵਾ ਦੇਗੀ। ਔਰ ਫਿਰ ਤੁਹਾਡਾ ਦਿਮਾਗ ਇਹ ਸਾਰੀਆਂ ਚੀਜ਼ਾਂ ਤੋਂ ਜਦੋਂ ਡਰ ਰਿਹਾ ਸੀ ਉਹਨੂੰ ਚੈਲੰਜ ਸਮਝੇਗਾ, ਉਹ ਜਦੋਂ ਚੈਲੰਜ ਸਮਝੇਗਾ ਆਪਣੇ ਆਪ ਹੀ ਤੁਹਾਨੂੰ ਉਹਦਾ ਹੱਲ ਸਾਹਮਣੇ ਨਜ਼ਰ ਆਉਣ ਲੱਗ ਪਏਗਾ। ਸੋ ਅਸੀਂ ਹਰ ਪਰਿਵਾਰ ਨੂੰ, ਚਾਹੇ ਉਹ ਸਰੀਰਕ ਰੋਗੀ ਹੈ, ਚਾਹੇ ਉਹ ਫਾਈਨੈਂਸ਼ੀਅਲੀ ਲਾਸ ਹੋਇਆ ਉਹਦਾ, ਚਾਹੇ ਉਹ ਇਮੋਸ਼ਨਲੀ ਲਾਸ ਹੋਇਆ ਹੈ, ਅਸੀਂ ਉਹਨੂੰ ਸਟਰੈਸ ਨੂੰ ਮੈਨੇਜ ਕਰਨਾ ਸਿਖਾਉਂਦੇ ਹਾਂ। ਔਰ ਹਮੇਸ਼ਾ ਮੈਂ ਇੱਕ ਚੀਜ਼ ਕਹਿਣਾ ਹੁੰਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਦੁੱਖ, ਸਾਡੇ ਜੀਵਨ ਦੇ ਵਿੱਚ ਸਟਰੈਸ, ਤਣਾਅ, ਇਹ ਜੀਵਨ ਦਾ ਹਿੱਸਾ ਨੇ। ਇਹਨਾਂ ਨੂੰ ਅਲੱਗ ਨਾ ਸਮਝਿਆ ਜਾਵੇ। ਅਸੀਂ ਉਦੋਂ ਜ਼ਿਆਦਾ ਦੁਖੀ ਹੁੰਦੇ ਹਾਂ ਜਦੋਂ ਇਹ ਸਾਡੇ ਜੀਵਨ 'ਚ ਆਉਂਦੀਆਂ ਨਹੀਂ, ਤਾਂ ਅਸੀਂ ਸਮਝਦੇ ਇਹ ਤਾਂ ਆਉਣੀਆਂ ਹੀ ਨਹੀਂ ਚਾਹੀਦੀਆਂ ਸੀ। ਮੈਂ ਇਸ ਕਰਕੇ ਗਿਆ ਗੁਰਦੁਆਰਾ ਸਾਹਿਬ, ਮੈਂ ਇਸ ਕਰਕੇ ਇੰਨੀਆਂ ਮੱਸਿਆ ਗਿਆ, ਮੈਂ ਇਸ ਕਰਕੇ ਇੰਨੀਆਂ ਪੁੰਨਿਆ ਗਿਆ ਕਿ ਮੇਰੇ ਜੀਵਨ 'ਚ ਕੋਈ ਦੁੱਖ ਨਾ ਆਵੇ। ਬਾਬਾ ਜੀ ਮੇਰੇ ਦੁੱਖ ਕੱਟ ਦਿਓ, ਬਾਬਾ ਜੀ ਮੇਰੇ ਸਿਰ 'ਤੇ ਬੜੀ ਸਟਰੈਸ ਹੈ, ਹਟਾ ਦਿਓ। ਲੇਕਿਨ ਇਹ ਅਸੀਂ ਆਪਣੇ ਬ੍ਰੇਨ ਦੀ ਗਲਤ ਪ੍ਰੋਗਰਾਮਿੰਗ ਕਰ ਲਈ ਕਿ ਮੇਰੇ ਜੀਵਨ 'ਚ ਕੋਈ ਦੁੱਖ ਨਹੀਂ ਆਏਗਾ, ਮੇਰੇ ਜੀਵਨ 'ਚ ਕੋਈ ਸਟਰੈਸ ਨਹੀਂ ਆਏਗਾ। ਠੀਕ, ਅਸੀਂ ਪ੍ਰੋਗਰਾਮਿੰਗ ਕੀ ਕਰਨੀ ਸੀ ਕਿ ਦੁੱਖ ਤੇ ਸਟਰੈਸ ਜਿੰਦਾ ਬੋਡੀ ਦਾ ਹਿੱਸਾ ਨੇ, ਅਸੀਂ ਉਹਨੂੰ ਮੈਨੇਜ ਕਰਨਾ ਸਿੱਖਣਾ ਕਿ ਬਾਬਾ ਜੀ ਮੈਨੂੰ ਇੰਨੀ ਤਾਕਤ ਦੇਣਾ ਕਿ ਜਿਹੜਾ ਦੁੱਖ ਆਵੇ, ਜਿਹੜੀ ਮੁਸੀਬਤ ਆਵੇ, ਜਿਹੜੀ ਸਟਰੈਸ ਆਵੇ, ਮੈਂ ਇਹਨੂੰ ਤੇਰੇ ਬੱਚਾ ਬਣ ਕੇ ਉਹਨੂੰ ਮੈਨੇਜ ਕਰਕੇ ਦਿਖਾਵਾਂ ਤੈਨੂੰ। ਔਰ ਜਦੋਂ ਅਸੀਂ ਸਟਰੈਸ ਨੂੰ ਮੈਨੇਜ ਕਰਾਂਗੇ ਉਹ ਉਦੋਂ ਹੀ ਕਰਾਂਗੇ ਜਦੋਂ ਅਸੀਂ ਉਹਨੂੰ ਚੈਲੰਜ ਸਮਝਾਂਗੇ। ਔਰ ਵੈਸੇ ਵੀ ਅਸੀਂ ਜਿਹੜੇ ਪਿਓ ਦੇ ਕੋਲ ਜਾ ਕੇ ਅਰਦਾਸ ਬੇਨਤੀ ਕਰਦੇ ਹਾਂ, ਜੇ ਅਸੀਂ ਉਹਨਾਂ ਦੇ ਜੀਵਨ ਵੀ ਪੜ੍ਹੀਏ ਤਾਂ ਪੂਰੇ ਦਾ ਪੂਰਾ ਜੀਵਨ ਮੁਸੀਬਤਾਂ 'ਚ ਹੀ ਗੁਜ਼ਰਿਆ ਉਹਨਾਂ ਦਾ। ਅਤੇ ਉਹ ਜਿਹੜੇ ਕਿ ਇਸ ਧਰਤੀ ਦੇ ਮਾਲਕ ਸੀ, ਸ੍ਰਿਸ਼ਟੀ ਦੇ ਮਾਲਕ ਸੀ, ਜਿਹੜੇ ਆਪ ਅਕਾਲ ਪੁਰਖ ਸੀ, ਪਰਮੇਸ਼ਰ ਸੀ, ਜੇ ਉਹਨਾਂ ਦਾ ਜੀਵਨ ਮੁਸੀਬਤਾਂ 'ਚ ਗਿਆ, ਜੇ ਆਪਾਂ ਗੁਰੂ ਨਾਨਕ ਸਾਹਿਬ ਬਾਰੇ ਪੜ੍ਹ ਲਈਏ, ਜੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹ ਲਈਏ, ਜੇ ਆਪਾਂ ਈਸਾ ਮਸੀਹ ਸਾਹਿਬ ਬਾਰੇ ਪੜ੍ਹ ਲਈਏ, ਜੇ ਆਪਾਂ ਸ਼੍ਰੀ ਰਾਮ ਚੰਦਰ ਜੀ ਬਾਰੇ ਪੜ੍ਹ ਲਈਏ, ਜੇ ਆਪਾਂ ਭਗਤ ਪੂਰਨ ਸਿੰਘ ਬਾਰੇ ਪੜ੍ਹ ਲਈਏ, ਜੇ ਆਪਾਂ ਸ਼ਹੀਦ ਭਗਤ ਸਿੰਘ ਬਾਰੇ ਪੜ੍ਹ ਲਈਏ, ਜਿਨ੍ਹਾਂ ਨੂੰ ਵੀ ਅਸੀਂ ਅੱਜ ਸਜਦਾ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ, ਠੀਕ ਹੈ, ਕਿਸੇ ਬਾਰੇ ਵੀ ਸੰਤ ਮਹਾਂਪੁਰਸ਼ ਗੁਰੂ ਪੀਰ ਪੈਗੰਬਰਾਂ ਬਾਰੇ ਪੜ੍ਹ ਲਈਏ, ਸਭ ਦਾ ਜੀਵਨ ਮੁਸੀਬਤਾਂ 'ਚ ਗਿਆ। ਜਿਹੜੇ ਮਾਲਕ ਸੀ, ਜੇ ਉਹ ਆਪਣੇ ਜੀਵਨ ਨੂੰ ਮੁਸੀਬਤਾਂ ਦੇ ਵਿੱਚ ਹੰਢਾ ਕੇ ਗਏ ਨੇ, ਤਾਂ ਆਪਾਂ ਨੂੰ ਉਹਨੇ ਵੱਖਰਾ ਡਿਜ਼ਾਈਨ ਨਹੀਂ ਕੀਤਾ ਹੈਗਾ। ਆਪਾਂ ਵੀ ਉਹਦੇ ਪੁੱਤਰ, ਆਪਾਂ ਵੀ ਉਹਦੀ ਹੀ ਔਲਾਦ ਹੈ। ਉਹਨੇ ਆਪਦੇ ਬੱਚੇ ਵੀ ਉਸੇ ਤਰ੍ਹਾਂ ਹੀ ਸਟਰੋਂਗ ਤਿਆਰ ਕਰਨੇ ਹੁੰਦੇ ਆ। ਉਹਨੇ ਆਪਦੇ ਬੱਚੇ ਭੋਰੇ 'ਚ ਬਹਿ ਕੇ ਡਰ ਕੇ ਭਿੱਜੀ ਬਿੱਲੀ ਵਾਂਗੂ ਬੈਠਣ ਵਾਲੇ ਨਹੀਂ ਡਿਜ਼ਾਈਨ ਕਰਨੇ ਸੀ। ਉਹਨੇ ਸਿਰਫ ਸਾਡੇ ਕੋਲ ਇੱਕੋ ਗਲਤੀ ਹੋਈ ਕਿ ਅਸੀਂ ਆਪਣੇ ਬ੍ਰੇਨ ਨੂੰ ਗਲਤ ਪ੍ਰਿਪੇਅਰ ਕਰ ਲਿਆ। ਹਾਂ, ਕਈ ਵਾਰੀ ਸਾਨੂੰ ਗਲਤ ਗਾਈਡ ਵੀ ਕਰ ਦਿੱਤਾ ਜਾਂਦਾ ਵੀ ਬਈ ਤੂੰ ਮੇਰੇ ਕੋਲ ਆ, ਮੈਂ ਜਾਂ ਤੂੰ ਬਈ ਫਲਾਣੇ ਕੋਲ ਜਾ, ਉਹ ਤੇਰਾ ਦੁੱਖ ਕੱਟ ਦੇਗਾ। ਇਹ ਗਲਤ ਪ੍ਰੋਗਰਾਮਿੰਗ ਆ। ਜੇ ਸਾਨੂੰ ਕੋਈ ਕਵੇ ਕਿ ਸਮੁੰਦਰ ਦੇ ਵਿੱਚੋਂ ਲਹਿਰਾਂ ਖਤਮ ਹੋ ਜਾਣਗੀਆਂ ਤੇ ਅਸੀਂ ਮੰਨ ਲਈਏ ਤਾਂ ਮੂਰਖਤਾ ਸਾਡੀ ਹੈ ਨਾ। ਸਮੁੰਦਰ ਦੇ ਵਿੱਚ ਲਹਿਰਾਂ ਉਹਦਾ ਹਿੱਸਾ ਹੈ। ਤਾਂ ਜੀਵਨ ਦੇ ਵਿੱਚ ਦੁੱਖ, ਤਕਲੀਫ, ਸਟਰੈਸ ਸਾਡੇ ਜੀਵਨ ਦਾ ਹਿੱਸਾ ਹੈ।
ਲਹਿਰਾਂ ਨਹੀਂ ਖਤਮ ਹੋ ਸਕਦੀਆਂ ਜੀਵਨ 'ਚ, ਦੁੱਖ ਸਟ੍ਰੈਸ ਨਹੀਂ ਖਤਮ ਹੋ ਸਕਦਾ। ਅਸੀਂ ਇੱਕੋ ਚੀਜ਼ ਸਿੱਖਣੀ ਆ। ਜੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੋਈ ਕਹਿ ਰਿਹਾ ਕਿ ਤੇਰੇ ਦੁੱਖ ਖਤਮ ਕਰ ਦਿਆਂਗਾ ਤਾਂ ਮੂਰਖ ਬਣਾ ਰਿਹਾ, ਠੀਕ ਹੈ। ਆਪਾਂ ਉਹਦੇ ਮਗਰ ਨਹੀਂ ਲੱਗਣਾ। ਆਪਣਾ ਮਕਸਦ ਇਹ ਹੈ ਕਿ ਅਸੀਂ ਦੁੱਖ ਤੇ ਸਟ੍ਰੈਸ ਨੂੰ ਮੈਨੇਜ ਕਰਨਾ ਸਿੱਖੀਏ। ਜੇ ਆ ਗਿਆ ਉਹ ਚੈਲੰਜ ਹੈ, ਮੈਂ ਉਹਨੂੰ ਆਪਣੇ ਕਿਸੇ ਚੰਗੇ ਗੁਰੂ ਤੋਂ ਸਲਾਹ ਲਵਾਂਗਾ, ਚੰਗੇ ਮੈਂਟਰ ਤੋਂ ਸਲਾਹ ਲਵਾਂਗਾ, ਘਰ ਦੇ ਕਿਸੇ ਬਜ਼ੁਰਗ ਤੋਂ ਸਲਾਹ ਲਵਾਂਗਾ, ਕਿਸੇ ਵੱਡੇ ਬ੍ਰਦਰ ਤੋਂ ਸਲਾਹ ਲਵਾਂਗਾ, ਚੰਗੇ ਦੋਸਤ ਤੋਂ ਸਲਾਹ ਲਵਾਂਗਾ ਤੇ ਉਹਨੂੰ ਮੈਨੇਜ ਕਰਕੇ ਦਿਖਾਊਂਗਾ। ਅਸੀਂ ਇਹ ਸਪਿਰਿਟ ਪੈਦਾ ਕਰਨੀ, ਇਸ ਐਜੂਕੇਸ਼ਨ ਨਾਲ ਜੁੜਨਾ ਹੈਗਾ, ਨਾ ਕਿ ਅਸੀਂ ਥੋੜ੍ਹਾ ਜਿਹਾ ਦੁੱਖ ਆਵੇ ਔਰ ਮੱਥਾ ਫੜ ਕੇ ਬਹਿ ਜਾਈਏ, ਓਹ ਮੈਂ ਤਾਂ ਜੀ ਬਾਬਾ ਜੀ ਦਾ ਐਡਾ ਵੱਡਾ ਭਗਤ ਤੇ ਮੇਰੇ ਜੀਵਨ 'ਚ ਦੁੱਖ ਆ ਗਿਆ, ਓਹ ਮੈਂ ਤਾਂ ਨਹੀਂ ਜਾਣਾ ਮੱਥਾ ਟੇਕਣ, ਠੀਕ ਆ। ਲੋਕ ਟੁੱਟ ਜਾਂਦੇ ਨੇ ਇਸ ਕਿਉਂਕਿ ਉਹਨਾਂ ਨੇ ਪ੍ਰਪੇਅਰ ਹੀ ਕੀਤਾ ਹੁੰਦਾ ਵੀ ਹਾਂ ਮੈਨੂੰ ਦੁੱਖ ਨਾ ਆਵੇ, ਦੁੱਖ ਨਾ ਆਵੇ। ਉਹਨਾਂ ਨੇ ਬ੍ਰੇਨ ਦੀ ਪ੍ਰੋਗਰਾਮਿੰਗ ਇਸ ਤਰ੍ਹਾਂ ਕਰ ਲਈ। ਲੋਕ ਰੱਬ ਨੂੰ ATM ਸਮਝਣ ਲੱਗ ਗਏ ਨੇ ਵੀ ਜਾਈਏ ਵੀ ਅਰਦਾਸ ਰੂਪੀ ATM ਵਿੱਚ ਪਾਈਏ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਪਿੰਨ ਦਬਾਈਏ ਤੇ ਉਹ ਪੈਸੇ ਬਾਹਰ ਆ ਜਾਣਗੇ। ਪਰ ਜੇਕਰ ਆਪਾਂ ਉਸ ਨੂੰ ਰੱਬ ਨੂੰ ਰੱਬ ਸਮਝ ਕੇ ਕਰੀ, ਜੇ ਉੱਥੋਂ ਪੈਸੇ ਨਹੀਂ ਨਿਕਲੇ ਤਾਂ ਫਿਰ ਚਲੋ ਅਗਲੇ ATM ਤੇ। ਇਹੀ ਕੁਝ ਕਰ ਰਹੇ ਹਾਂ ਆਪਾਂ। ਜੇ ਇੱਕ ਤੋਂ ਆਪਣੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਆਪਾਂ ਕਿਸੇ ਹੋਰ ਰੱਬ ਦੇ ਦਰ 'ਤੇ ਚਲੇ ਜਾਂਦੇ ਵੀ ਆ ਇੱਥੇ ਚਲੇ ਜਾਂਦੇ, ਰੱਬ ਨੂੰ ATM ਸਮਝਣ ਲੱਗ ਪਏ। ਇਹਦੇ ਨਾਲ ਨਾਲ ਆਪਾਂ ਰੋਗ ਜਿਹੜੇ ਹੈਗੇ ਨੇ ਸਰੀਰ ਨੂੰ ਲੱਗਦੇ ਨੇ, ਤੁਸੀਂ ਜਿਸ ਤਰ੍ਹਾਂ ਸਮਝਾਇਆ ਹੈਗਾ, ਆਤਮਾ ਨੂੰ ਵੀ ਰੋਗੀ ਬਣਾ ਲੈਂਦੇ ਆਪਾਂ। ਮੁਸੀਬਤ ਇੱਥੇ ਹੈ ਤੇ ਰੱਬ ਨੂੰ ਸ਼ਿਕਵਾ ਕਰਦੇ ਆ ਜੀ ਸਾਨੂੰ ਆਹ ਨਹੀਂ ਦਿੱਤਾ, ਆਹ ਨਹੀਂ ਦਿੱਤਾ। ਤੇ ਗੁਰਬਾਣੀ ਵੀ ਕਹਿੰਦੀ ਹੈ ਕਿ ਇੱਕ ਵੀ ਨਾ ਦੇ 10 ਵੀ ਹਰ ਲੇ ਤੋ ਮੁੜਾ ਤੂੰ ਕਿਆ ਕਰੇ। ਜਿਹੜੇ ਇੱਕ ਆਪਣੇ ਕੋਲ ਹੈਗੀ ਹੈ, ਜਿਹੜੀ ਆਪਾਂ ਇੱਕ ਮੰਗ ਰਹੇ ਹਾਂ ਉਹ ਵੀ ਨਾ ਦੇਵੇ ਤੇ ਜਿਹੜੀਆਂ 10 ਆਪਣੇ ਕੋਲ ਹੈਗੀਆਂ ਨੇ ਉਹ ਵੀ ਖੋਹ ਲੇ ਤੇ ਰੱਬ ਦਾ ਆਪਾਂ ਕੀ ਕਰ ਲਾਂਗੇ? ਕੁਝ ਵੀ ਨਹੀਂ ਕਰ ਸਕਦੇ। ਸੋ ਕੁੱਲ ਮਿਲਾ ਕੇ ਜਿਹੜੀ ਹੈ ਤੁਹਾਡੀ ਗੱਲ ਦਾ ਨਿਚੋੜ ਇਹ ਨਿਕਲਦਾ ਵਿੱਚੋਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਆਪਾਂ ਆਪਣੇ ਆਤਮਾ ਨੂੰ ਵੀ ਰੋਗੀ ਕਰ ਲੈਂਦੇ ਹਾਂ ਤੇ ਹਰ ਟਾਈਮ ਰੱਬ ਨੂੰ ਵੀ ਸ਼ਿਕਾਇਤ ਕਰਦੇ ਹਾਂ, ਜਿਹੜਾ ਰੱਬ ਸਰਵ ਸ਼ਕਤੀਮਾਨ ਹੈ। ਤੇ ਉਸ ਰੱਬ ਨੇ ਸਾਨੂੰ ਜੇ ਇੱਕ ਜਿਹੜਾ ਮੰਗ ਰਿਹਾ ਉਹ ਨਾ ਦੇਵੇਗਾ ਤੇ ਜਿਹੜੀਆਂ 10 ਸਾਡੇ ਕੋਲ ਹੈਗੀਆਂ ਨੇ ਜੋ ਉਹ ਵੀ ਖੋਲੇਗਾ ਤਾਂ ਫਿਰ ਕੀ ਕਰ ਲਾਂਗੇ? ਆਪਾਂ ਜੋ ਹੈ ਉਸ ਦੇ ਉੱਤੇ ਸਬਰ ਕਰੀਏ ਤੇ ਜ਼ਿਆਦਾ ਵਧੀਆ ਹੋਏਗਾ। ਜੀ 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 ਬਿਲਕੁਲ ਸਹੀ ਕਿਹਾ ਤੁਸੀਂ। ਸੋ ਅਲਟੀਮੇਟ ਸਟ੍ਰੈਸ ਨੂੰ ਮੈਨੇਜ ਕਰਨ ਵਾਸਤੇ ਹੀ ਕਰਨਾ ਚਾਹੀਦਾ ਹੈ। ਔਰ ਦੂਸਰਾ, ਸਟ੍ਰੈਸ ਜੀਵਨ ਦਾ ਹਿੱਸਾ ਹੈ। ਇਹਨੂੰ ਅਲੱਗ ਨਹੀਂ ਸਮਝਣਾ, ਨਾ ਹੀ ਦਿਮਾਗ ਨੂੰ ਇਸ ਤਰੀਕੇ ਨਾਲ ਪ੍ਰਪੇਅਰ ਕਰੀਏ ਕਿ ਸਟ੍ਰੈਸ ਤਾਂ ਆਉਣੀ ਨਹੀਂ ਚਾਹੀਦੀ ਸੀ। ਸਟ੍ਰੈਸ ਆਏਗੀ, ਚੈਲੰਜ ਬਣੇਗੀ, ਫਿਰ ਉਹ ਸਾਨੂੰ ਕੁਝ ਸਿਖਾਏਗੀ। ਜੇ ਬੱਚੇ ਨੂੰ ਐਗਜ਼ਾਮ ਦੀ ਸਟ੍ਰੈਸ ਨਹੀਂ ਹੋਏਗੀ ਤਾਂ ਤੁਸੀਂ ਉਹਨੂੰ ਨੈਕਸਟ ਕਲਾਸ ਲਈ ਕੁਆਲੀਫਾਈ ਨਹੀਂ ਸਮਝ ਸਕਦੇ ਨਾ, ਠੀਕ ਹੈ। ਤੇ ਇਹ ਜੀਵਨ 'ਚ ਅੱਛਾ ਹਮੇਸ਼ਾ ਦੇਖੋ ਜੀ, ਜੋ ਇਨਸਾਨ ਜਿੰਨਾ ਜ਼ਿਆਦਾ ਡਿੱਗਿਆ, ਜੋ ਇਨਸਾਨ ਜਿੰਨੀ ਜ਼ਿਆਦਾ ਵਾਰੀ ਹਾਰਿਆ, ਉਹੀ ਵਿਜੇਤਾ ਬਣਿਆ। ਉਸੇ ਨੇ ਹਿਸਟਰੀ ਲਿਖੀ ਹੈ। ਜਿਹੜਾ ਡਿੱਗਿਆ ਹੀ ਨਹੀਂ, ਜਿਹੜਾ ਕਦੀ ਹਾਰਿਆ ਹੀ ਨਹੀਂ, ਉਹ ਐਕਸਪਰਟ ਵੀ ਨਹੀਂ ਬਣਿਆ, ਉਹ ਮਾਸਟਰ ਵੀ ਨਹੀਂ ਬਣਿਆ ਕਦੀ। ਨਾਲੇ ਹਿਸਟਰੀ ਤੋਂ ਅਗਰ ਆਪਾਂ ਹਿਸਟਰੀ ਵਰਡ ਦੀ ਆਪਾਂ ਸੰਧੀ ਕਰੀਏ ਨਾ ਤਾਂ ਉਹ ਬਣਦਾ ਹਿਜ਼ ਸਟੋਰੀ। ਹਿਜ਼ ਸਟੋਰੀ ਉਹ ਉਸ ਬੰਦੇ ਦੀ ਸਟੋਰੀ ਹੈ ਜਿਹੜੇ ਬੰਦੇ ਦੇ ਨਾਲ ਉਹ ਬੀਤਿਆ। ਤਾਂ ਉਹ ਉਸ ਤੋਂ ਹੀ ਆਪਾਂ ਸਾਬਤ ਕਰ ਸਕਦੇ ਹਾਂ ਵੀ ਉਹ ਆਪਣਾ ਤਜਰਬਾ ਸਾਂਝਾ ਕਰ ਰਿਹਾ, ਉਹ ਕੀ ਉਹਦੇ ਨਾਲ ਵਾਪਰ ਚੁੱਕਿਆ ਹੈਗਾ। ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਆਪਾਂ ਨੂੰ ਸਬਕ ਦਿੰਦੀ ਹੈ। ਬਿਲਕੁਲ। ਔਰ ਜੇ ਆਪਾਂ ਕਿਸੇ ਵੀ ਇਨਸਾਨ ਦੀ ਜੀਵਨੀ ਪੜ੍ਹੀਏ ਤਾਂ ਚਾਹੇ ਉਹ ਤੁਸੀਂ ਕਿਸੇ ਗੋਰੇ ਦੀ ਪੜ੍ਹ ਲਓ, ਚਾਹੇ ਉਹ ਕਿਸੇ ਇੰਡੀਅਨ ਦੀ ਪੜ੍ਹ ਲਓ, ਚਾਹੇ ਕਿਸੇ ਸਾਇੰਟਿਸਟ ਦੀ ਪੜ੍ਹ ਲਓ, ਚਾਹੇ ਕਿਸੇ ਰਿਸ਼ੀ ਮੁਨੀ ਮਹਾਂਪੁਰਸ਼ ਕਿਸੇ ਪੀਰ ਪੈਗੰਬਰ ਦੀ ਪੜ੍ਹ ਲਓ, ਸਾਰਿਆਂ ਦੇ ਵਿੱਚ ਇੱਕ ਚੀਜ਼ ਤੁਹਾਨੂੰ ਸਿਮਿਲਰ ਮਿਲੇਗੀ। ਪਤਾ ਕਿ ਮੁਸੀਬਤਾਂ ਦੇ ਟਾਈਮ ਤੇ ਇਹਨਾਂ ਨੇ ਉਹਨੂੰ ਚੈਲੰਜ ਸਮਝਿਆ ਔਰ ਸਾਰਿਆਂ ਨੇ ਚੈਲੰਜ ਨਾਲ ਲੜਿਆ, ਲੜ ਕੇ ਉਹ 'ਚੋਂ ਉੱਭਰ ਕੇ ਬਾਹਰ ਆਏ, ਜਿਹਨੂੰ ਬਾਉਂਸ ਬੈਕ ਕਹਿੰਦੇ ਹੋ, ਉਹਨੂੰ ਬਾਉਂਸ ਬੈਕ ਕੀਤਾ ਤੇ ਅੱਜ ਦੁਨੀਆ ਉਹਨਾਂ ਨੂੰ ਸਜਦਾ ਕਰਦੀ ਹੈ। ਸੋ ਜੀਵਨ ਨੇ ਦੁੱਖ ਤੇ ਸਟ੍ਰੈਸ ਦੇ ਨਾਲ ਹੀ ਚੱਲਣਾ ਹੈ, ਨਾਲ ਹੀ ਡਿਜ਼ਾਈਨ ਹੋਣਾ ਹੈ। ਜਿਸ ਇਨਸਾਨ ਨੂੰ ਦੁੱਖ ਤੇ ਸਟ੍ਰੈਸ ਤੋਂ ਡਰ ਲੱਗਦਾ ਹੈ ਉਹ ਲੰਬੀ ਜੀਵਨ ਤੇ ਅੱਛੇ ਜੀਵਨ ਨੂੰ ਡਿਜ਼ਾਈਨ ਨਹੀਂ ਕਰ ਸਕਦਾ। ਆਪਣੇ ਬ੍ਰੇਨ ਨੂੰ, ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਕਦੀ ਵੀ ਅਸੀਂ ਇਸ ਤਰੀਕੇ ਨਾਲ ਐਜੂਕੇਟ ਨਹੀਂ ਕਰਨਾ ਕਿ ਬੇਟਾ ਤੂੰ ਆਹ ਚੀਜ਼ ਕਰ ਲੈ ਤੇ ਇਹ ਕਰਨ ਨਾਲ ਤੇਰੇ ਜੀਵਨ 'ਚ ਦੁੱਖ ਨਹੀਂ ਆਏਗਾ, ਆਹ ਕਰ ਲੈ ਕਰਨ ਨਾਲ ਤੇਰੇ ਜੀਵਨ 'ਚ ਸਟ੍ਰੈਸ ਨਹੀਂ ਆਏਗੀ। ਉਹਨੂੰ ਹਮੇਸ਼ਾ ਇਸ ਤਰੀਕੇ ਨਾਲ ਤਿਆਰ ਕਰੋ, ਮੈਂਟਲੀ ਪ੍ਰਪੇਅਰ ਕਰੋ ਔਰ ਆਪਣੇ ਆਪ ਨੂੰ ਵੀ ਇਸ ਤਰੀਕੇ ਨਾਲ ਮੈਂਟਲੀ ਪ੍ਰਪੇਅਰ ਕਰੋ, ਆਪਣੀ ਫੈਮਿਲੀ ਨੂੰ ਵੀ, ਬੱਚਿਆਂ ਨੂੰ ਵੀ, ਕਿ ਅਗਰ ਸਟ੍ਰੈਸ ਆਉਂਦੀ ਹੈ, ਜਿੱਥੇ ਵੀ ਸਟ੍ਰੈਸ ਆਉਂਦੀ ਹੈ, ਜਿੱਥੇ ਵੀ ਦੁੱਖ ਆਉਂਦਾ ਹੈ, ਉੱਥੇ ਘਬਰਾਉਣਾ ਨਹੀਂ, ਉਸ ਦੁੱਖ ਨੂੰ ਐਨਾਲਾਈਜ਼ ਕਰਨਾ ਹੈ, ਉਸ ਸਟ੍ਰੈਸ ਨੂੰ ਐਨਾਲਾਈਜ਼ ਕਰਨਾ ਹੈ ਤੇ ਉਹਨੂੰ ਚੈਲੰਜ ਸਮਝਣਾ ਹੈ। ਉਹਦੇ 2 ਸਿੰਪਲ ਤਰੀਕੇ ਦੱਸ ਦਿੱਤੇ ਨੇ ਮੈਂ ਤੁਹਾਨੂੰ। ਡਾਇਰੀ ਪੈਨ ਇਹਦੀ ਬੜੀ ਅੱਛੀ ਰੈਮਡੀਜ਼ ਹੈ। ਜਿਹੜੀ ਚੀਜ਼ ਤੋਂ ਤੁਸੀਂ ਤਕਲੀਫ 'ਚ ਹੋ, ਅਗਰ ਮੈਂ ਇਹ ਵੀ ਕਹੂੰਗਾ ਕਿ ਅਗਰ ਤੁਹਾਡਾ ਕਿਸੇ ਦਾ ਮਨ ਇਹ ਕਰ ਰਿਹਾ ਨਾ ਮੈਂ ਸੁਸਾਈਡ ਕਰਨੀ ਹੈ, ਤਾਂ ਮੈਂ ਕਹੂੰਗਾ ਕਿ ਸੁਸਾਈਡ ਕਰਨ ਤੋਂ ਪਹਿਲਾਂ ਡਾਇਰੀ ਪੈਨ 'ਤੇ ਆਪਣੀ ਲਾਈਨ ਲਿਖ ਦਿਓ ਕਿ ਮੈਂ ਆਹ ਚੀਜ਼ ਮੈਨੂੰ ਤੰਗ ਕਰ ਰਹੀ ਹੈ,
ਔਰ ਇਸ ਚੀਜ਼ ਦੇ ਜ਼ਿਆਦਾ ਪਰੇਸ਼ਾਨ ਕਰਨ ਦੀ ਵਜ੍ਹਾ ਨਾਲ ਮੈਂ ਆਪਣੇ ਆਪ ਨੂੰ ਇਸ ਧਰਤੀ ਤੇ ਜਿੰਦਾ ਰੱਖਣ ਦੇ ਅਸਮਰਥ ਨਹੀਂ ਹੋ ਪਾ ਰਿਹਾ, ਔਰ ਇਹ ਚੀਜ਼ਾਂ ਮੈਨੂੰ ਤਕਲੀਫ ਕਰ ਰਹੀ, ਜਿਹਦੇ ਕਰਕੇ ਮੈਂ ਧਰਤੀ ਤੋਂ ਛੱਡ ਕੇ ਜਾ ਰਿਹਾ ਹੈਗਾ। ਜਦੋਂ ਉਹ ਲਿਖੇਗਾ ਨਾ ਆਪਣੀਆਂ ਸਮੱਸਿਆਵਾਂ, ਇਹ ਸੱਚ ਹੈ, ਲਿਖਦੇ ਲਿਖਦੇ ਬ੍ਰੇਨ ਨੇ ਵਿਚਾਰ ਬਦਲ ਜਾਣੇ ਨੇ ਉਹਦੇ, ਠੀਕ ਹੈ। ਤਾਂ ਇਹ ਕਾਰਨ ਹੈਗਾ ਕਿ ਉਹਨੇ ਬ੍ਰੇਨ ਚੋਂ ਕੱਢ ਕੇ ਚੀਜ਼ ਸਾਹਮਣੇ ਰੱਖ ਲਈ, ਉਹ ਬਣ ਗਿਆ ਕੁਐਸਚਨ। ਜਦੋਂ ਕੁਐਸਚਨ ਬਣਦਾ ਹੈ ਤਾਂ ਬ੍ਰੇਨ ਫਿਰ ਆਪਣੀ ਤਾਕਤ ਯੂਜ਼ ਕਰਦਾ, ਉਹਦਾ ਆਨਸਰ ਲੱਭਦਾ, ਔਰ ਜਿਵੇਂ ਜਿਵੇਂ ਲਿਖੇਗਾ ਬ੍ਰੇਨ ਨੇ ਉਹਦਾ ਨੂੰ ਆਨਸਰ ਦੇ ਦੇਣਾ ਵੀ ਭਾਈ ਸਾਹਿਬ ਇਹਦਾ ਇੱਕ ਹੱਲ ਵੀ ਹੈਗਾ, ਹੁਣ ਤੂੰ ਦੇਖ ਲਾ ਸੁਸਾਈਡ ਕਰਨ ਜਾਣਾ ਹੀ ਕਿ ਇਸ ਹੱਲ ਵੱਲ ਜਾਣਾ ਹੀ। ਤਾਂ ਡੈਫੀਨੇਟਲੀ ਜੀਵਨ ਜ਼ਿੰਦਗੀ ਸਭ ਨੂੰ ਪਿਆਰੀ ਹੈ, ਇੱਕ ਕਿਨਕਾ ਮਾਤਰ ਵੀ ਆਸ ਉਮੀਦ ਨਜ਼ਰ ਆਏਗੀ ਨਾ, ਉਹ ਆਪਣਾ ਡਿਸੀਜਨ ਬਦਲ ਲੇਗਾ, ਠੀਕ ਹੈ। ਤਾਂ ਇਸ ਕਰਕੇ ਇਹ ਛੋਟਾ ਜਿਹਾ ਇੱਕ ਆਈਡੀਆ ਤੁਹਾਡੇ ਨਾਲ ਸ਼ੇਅਰ ਕੀਤਾ, ਜੋ ਅਸੀਂ ਸਾਡੇ ਨਾਲ ਜਿਹੜੇ ਪਰਿਵਾਰ ਆਉਂਦੇ ਨੇ ਕਾਉਂਸਲਿੰਗ ਲੈਂਦੇ ਨੇ, ਸਟਰੈਸ ਮੈਨੇਜਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਕਿਵੇਂ ਮੈਨੇਜ ਕਰਨਾ ਸਟਰੈਸ ਨੂੰ, ਉਹ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨੀ ਕੁ ਪਰਮੇਸ਼ਰ ਨੇ ਸਾਨੂੰ ਸਮਝ ਬਖਸ਼ੀ ਹੋਈ ਹੈ। ਬਾਕੀ ਜਿਹੜੀ ਗੱਲ ਤੋਂ ਆਪਾਂ ਜਿਹੜੀ ਚੀਜ਼ ਤੋਂ ਗੱਲ ਸਟਾਰਟ ਕੀਤੀ ਸੀ ਅੱਜ, ਸਟੇਬਲ ਤੇ ਇਨਸਟੇਬਲ, ਅਸੀਂ ਹਮੇਸ਼ਾ ਇਨਸਟੇਬਲ ਚੀਜ਼ਾਂ ਨੂੰ ਲੈ ਕੇ ਸਟਰੈਸਫੁਲ ਰਹਿੰਦੇ ਹਾਂ। ਇਨਸਟੇਬਲ ਦਾ ਮਤਲਬ ਜਿਹੜੀਆਂ ਇੱਕ ਦਿਨ ਖਤਮ ਹੋ ਜਾਣੀਆਂ ਨੇ, ਔਰ ਜਿਹੜੀਆਂ ਸਥਿਰ ਨਹੀਂ ਹੈਗੀਆਂ। ਔਰ ਦੂਸਰਾ ਇਹ ਹੈ ਕਿ ਸਾਡਾ ਜਿਹੜਾ ਵਜੂਦ ਹੈ ਉਹ ਆਤਮਾ ਦੇ ਰੂਪ ਦੇ ਵਿੱਚ ਹੈ। ਜਦੋਂ ਅਸੀਂ ਪਦਾਰਥਵਾਦੀ ਚੀਜ਼ਾਂ ਤੋਂ ਟੁੱਟ ਕੇ ਹਾਰਦੇ ਹਾਂ ਤਾਂ ਆਪਣੇ ਇੱਕ ਵਾਰੀ ਹੋਣ ਤੇ ਵਜੂਦ ਦੇ ਪ੍ਰਤੀ ਸਾਨੂੰ ਸੋਚਣਾ ਬੜਾ ਜ਼ਰੂਰੀ ਹੈ। ਸਟੇਬਲ ਅਸੀਂ ਇੱਕੋ ਰੂਪ 'ਚ ਹਾਂ, ਉਹ ਹੈਗੀ ਆਤਮਾ, ਔਰ ਆਤਮਾ ਕਦੀ ਖਤਮ ਨਹੀਂ ਹੁੰਦੀ, ਇਹਨੇ ਐਟ ਦਾ ਐਂਡ ਪਰਮਾਤਮਾ ਦੇ ਨਾਲ ਇਹਦਾ ਮੇਲ ਹੋ ਜਾਣਾ। ਤਾਂ ਉਹ ਜਦੋਂ ਅਸੀਂ ਇਸ ਤਰੀਕੇ ਨਾਲ ਆਪਣੀ ਕਾਉਂਸਲਿੰਗ ਨੂੰ ਲੈਂਦੇ ਹਾਂ ਕਿਸੇ ਤੋਂ, ਹਾਂ ਇਹ ਜੋ ਗੱਲ ਮੈਂ ਤੁਹਾਡੇ ਅੱਗੇ ਰੱਖ ਰਿਹਾ, ਇਹਦੀ ਕਾਉਂਸਲਿੰਗ ਜੇ ਮੈਂ ਵੀ ਲੈਣੀ ਹੋਵੇ ਤਾਂ ਮੈਂ ਨਹੀਂ ਕਰ ਸਕਦਾ। ਇਹਦੀ ਕਾਉਂਸਲਿੰਗ ਵਾਸਤੇ ਸਾਹਮਣੇ ਇੱਕ ਟੀਚਰ, ਇੱਕ ਮੈਂਟਰ, ਇੱਕ ਗੁਰੂ ਹੋਣਾ ਚਾਹੀਦਾ ਹੈ, ਜੋ ਇਹਦੀ ਇਸੇ ਸ਼ਬਦਾਂ ਨੂੰ ਇੱਕ ਦਵਾਈ ਬਣਾ ਕੇ ਮੇਰੇ ਅੰਦਰ ਉਤਾਰੇਗਾ, ਤੇ ਫਿਰ ਮੈਨੂੰ ਸਮਝ ਆਉਣੀ ਹੈ ਕਿ ਮੈਂ ਪਦਾਰਥਵਾਦੀ ਜੀਵਨ ਤੋਂ ਟੁੱਟਿਆ ਵਾਂ, ਤੇ ਜੇ ਜਿਹੜੀ ਆਤਮਿਕ ਦੁਨੀਆ ਜਿਹੜੀ ਮੇਰੀ ਹੈਗੀ ਆ, ਜਿਹੜੀ ਸਪਿਰਿਚੁਅਲ ਜਿਹੜੀ ਦੁਨੀਆ ਹੈਗੀ ਆ, ਉਹਨੂੰ ਲੈ ਕੇ ਅੱਜ ਵੀ ਮੈਂ ਸਟੇਬਲ ਹਾਂ। ਤਾਂ ਫਿਰ ਉਹ ਇਸ ਚੀਜ਼ ਦੀ ਜਦੋਂ ਪਹਿਚਾਣ ਕਰਾਏਗਾ ਤਾਂ ਜਿਹੜੀ ਚੀਜ਼ ਤੋਂ ਮੈਂ ਟੁੱਟਿਆ ਹੋਇਆ ਵਾਂ, ਖਤਮ ਹੋ ਚੁੱਕਿਆ ਵਾਂ, ਉਹਦਾ ਸਟਰੈਸ ਵੀ ਘਟ ਜਾਏਗਾ, ਔਰ ਜੋ ਮੇਰੇ ਕੋਲ ਤਾਕਤ ਦੇ ਰੂਪ 'ਚ ਹੈ ਆਤਮਾ, ਉਹਨੂੰ ਮੈਂ ਯੂਜ਼ ਵੀ ਕਰੂੰਗਾ, ਔਰ ਆਤਮਾ ਮੈਨੂੰ ਇਸ ਸਰੀਰ ਦੇ ਨਾਲ ਨਾਲ ਜੀਵਨ ਦੀ ਇੱਕ ਵਾਰੀ ਰੀਸਟਾਰਟ ਜਿਹਨੂੰ ਕਹਿ ਸਕਦੇ, ਬਾਉਂਸ ਬੈਕ ਵੀ ਕਰਨ ਦੀ ਸਾਨੂੰ ਹਿੰਮਤ ਦਿੰਦੀ ਹੈਗੀ ਆ ਜੀ। ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਤਾ ਵੀ ਦੋ ਚੀਜ਼ਾਂ ਤੁਸੀਂ ਦੱਸਤੀਆਂ ਵੀ ਇੱਕ ਉਤਾਰ ਤੋਂ ਉਹਦੇ ਤੇ ਉਤਾਰ ਦੋ, ਕਿਸ ਤਰ੍ਹਾਂ ਮੈਨੇਜ ਕਰਨਾ ਹੈਗਾ ਆਪਾਂ ਨੇ। ਕੁਛ ਛੋਟੇ ਕੁਛ ਹੋਰ ਟੋਟਕੇ ਜਾਂ ਕੁਛ ਇਸ ਤਰ੍ਹਾਂ ਦੀ ਆਪਣਾ ਉਸ ਤੋਂ ਬਾਅਦ ਆਪਾਂ ਆਵਾਂਗੇ ਕੁਛ ਪ੍ਰੋਡਕਟ ਦੇ ਉੱਤੇ ਵੀ ਜੀ। ਇਹਦੇ 'ਚ ਟੋਟਕੇ ਦੇ ਰੂਪ ਦੇ ਵਿੱਚ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਬਹੁਤ ਸਟਰੈਸ ਚੱਲ ਰਹੇ ਹੋ, ਔਰ ਸਟਰੈਸ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਡਿਪਰੈਸ਼ਨ ਔਰ ਐਂਜ਼ਾਈਟੀ, ਪਾਸਟ ਔਰ ਫਿਊਚਰ, ਔਰ ਇਹਦੇ ਵਿੱਚ ਹਮੇਸ਼ਾ ਹੀ ਜਦੋਂ ਤੁਹਾਡਾ ਜੀਵਨ ਥੋੜ੍ਹਾ ਸਟਰੈਸ ਨਾਲ ਭਰ ਜਾਵੇ ਤਾਂ ਆਪਣੇ ਆਪ ਨੂੰ ਪ੍ਰੈਜ਼ੈਂਟਲੀ ਕਰ ਲਓ, ਪ੍ਰੈਜ਼ੈਂਟ ਚੀਜ਼ਾਂ ਦੇ ਵਿੱਚ, ਵਰਤਮਾਨ ਦੇ ਵਿੱਚ ਵਾਪਸ ਲੈ ਆਓ, ਔਰ ਵਰਤਮਾਨ 'ਚ ਜੀਵਨ ਨੂੰ ਜਿਉਣ ਦੀ ਥੋੜ੍ਹੀ ਔਦਤ ਬਣਾਓ। ਵਰਤਮਾਨ ਦਾ ਮਤਲਬ ਕੀ ਹੁੰਦਾ ਹੈ ਕਿ ਸਾਨੂੰ ਆਬਜ਼ਰਵੇਸ਼ਨ ਹਾਈ ਕਰਨੀ ਪੈਂਦੀ ਹੈ। ਆਬਜ਼ਰਵੇਸ਼ਨ ਦਾ ਮਤਲਬ ਸਿੰਪਲ ਕਰਕੇ ਸਮਝਾਉਂਦੇ ਹਾਂ। ਮੰਨ ਲਓ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ, ਔਰ ਹਮੇਸ਼ਾ ਜਦੋਂ ਅਸੀਂ ਟ੍ਰੇਨ ਸਫ਼ਰ ਕਰ ਰਹੇ ਹੁੰਦੇ ਹਾਂ, ਜੇ ਆਪਾਂ ਇਕੱਲੇ ਹਾਂ ਤਾਂ ਆਪਾਂ ਕਦੀ ਨਹੀਂ ਇਹ ਸੋਚਦੇ ਹੁੰਦੇ ਕਿ ਮੈਂ ਟ੍ਰੇਨ 'ਚ ਸਫ਼ਰ ਕਰ ਰਿਹਾ ਔਰ ਟ੍ਰੇਨ ਇੰਨੀ ਸਪੀਡ 'ਚ ਚੱਲ ਰਹੀ ਹੈ, ਔਰ ਮੈਂ ਵਿੰਡੋ ਕੋਲ ਬੈਠਾ ਔਰ ਠੰਡੀ ਹਵਾ ਚੱਲ ਰਹੀ ਹੈ, ਬਾਹਰਲਾ ਦ੍ਰਿਸ਼ ਬਹੁਤ ਅੱਛਾ ਹੈ, ਟ੍ਰੇਨ ਖੇਤਾਂ ਦੇ ਵਿੱਚੋਂ ਗੁਜ਼ਰ ਰਹੀ ਹੈਗੀ ਹੈ, ਸਾਰੇ ਪਾਸੇ ਹਰਿਆਲੀ ਹੈ। ਇਹ ਹੋ ਗਈ ਆਬਜ਼ਰਵੇਸ਼ਨ। ਟ੍ਰੇਨ ਦੇ ਵਿੱਚ ਸਾਹਮਣੇ ਇੱਕ ਬੱਚਾ ਬੈਠਾ ਹੋਇਆ, ਇੱਕ ਮਾਤਾ ਜੀ ਬੈਠੇ ਹੋਏ ਨੇ, ਠੀਕ ਹੈ, ਟ੍ਰੇਨ ਦੇ ਵਿੱਚ ਇੱਕ ਆਰਮੀ ਮੈਨ ਬੈਠਾ ਹੋਇਆ। ਇਹ ਸਾਰੀਆਂ ਇਹ ਉਹ ਹੋ ਗਿਆ ਜੋ ਜਿੱਥੇ ਮੈਂ ਪ੍ਰੈਜ਼ੈਂਟ ਹੈਗਾ ਵਾਂ, ਇਨਵੋਲਵ ਹਾਂ ਫਿਜ਼ੀਕਲੀ। ਤਾਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਕਦੀ ਨਹੀਂ ਇਨਵੋਲਵ ਹੁੰਦੇ। ਸਾਡਾ ਧਿਆਨ ਕਿੱਥੇ ਹੁੰਦਾ, ਜੇ ਮੈਂ ਟ੍ਰੇਨ 'ਚ ਬੈਠਾ ਹੋਇਆ, ਜਾਂ ਤਾਂ ਮੈਂ ਉਹ ਸੋਚੂੰਗਾ ਜਿੱਥੇ ਮੈਂ ਜਾ ਰਿਹਾ ਵੀ ਉਹ ਕਿਸ ਤਰ੍ਹਾਂ ਦੀ ਜਗ੍ਹਾ ਹੋਏਗੀ, ਉੱਥੇ ਲੋਕ ਕਿਸ ਤਰ੍ਹਾਂ ਦੇ ਹੋਣਗੇ, ਜਾਂ ਮੈਂ ਉਸ ਚੀਜ਼ ਬਾਰੇ ਸੋਚੂੰਗਾ ਜਿਹਨਾਂ ਨੂੰ ਛੱਡ ਕੇ ਜਾ ਰਿਹਾ। ਹਾਂ, ਪਿੱਛੋਂ ਘਰ ਦਾ ਪਤਾ ਨਹੀਂ ਕੌਣ ਖਿਆਲ ਰੱਖ ਰਿਹਾ ਹੋਏਗਾ, ਬਿਜ਼ਨਸ ਪਤਾ ਨਹੀਂ ਕੌਣ ਦੇਖ ਰਿਹਾ ਹੋਏਗਾ। ਅੱਛਾ, ਮੈਂ ਆਪਣੇ ਮੈਨੇਜਰ ਨੂੰ ਕਹਿ ਕੇ ਆਇਆ, ਪਤਾ ਨਹੀਂ ਉਹਨੇ ਉੱਥੇ ਕੀ ਖਿਆਲ ਰੱਖਣਾ, ਇਹ ਨਾ ਹੋਵੇ ਮੈਂ ਆ ਗਿਆ ਉਹ ਸਮਝੇ ਕਿ ਮਾਲਕ ਚਲਾ ਗਿਆ, ਅੱਜ ਮੈਂ ਘਰੇ ਇੱਥੇ ਕਿੱਟੀ ਪਾਰਟੀ ਰੱਖ ਲਾਂ। ਇਸ ਤਰ੍ਹਾਂ ਦੇ ਦਿਮਾਗ 'ਚ ਤਾਂ ਜਾਂ ਤਾਂ ਮੈਂ ਪਾਸਟ ਲਈ ਦੇ ਵਿੱਚ ਚਲਾ ਗਿਆ, ਜਾਂ ਮੈਂ ਫਿਊਚਰ ਚਲਾ ਗਿਆ। ਪ੍ਰੈਜ਼ੈਂਟ ਕੀ ਹੈ ਕਿ ਮੈਂ ਟ੍ਰੇਨ 'ਚ ਬੈਠਾ ਹੋਇਆ, ਠੰਡੀ ਹਵਾ ਚੱਲ ਰਹੀ ਹੈ, ਚਾਰੇ ਪਾਸੇ ਹਰਿਆਲੀ ਹੈ, ਠੀਕ ਹੈ, ਬੱਚਾ ਸਾਹਮਣੇ ਬੈਠਾ ਹੈ ਉਹ ਆਪਣੀ ਮੰਮਾ ਦੇ ਨਾਲ, ਇੱਧਰ ਇੱਕ ਭਾਈ ਸਾਹਿਬ ਬੈਠੇ ਨੇ, ਬਜ਼ੁਰਗ ਬੈਠੇ, ਮੈਂ ਇਨਵੋਲਵ ਹਾਂ। ਤਾਂ ਇਹ ਹੋ ਗਿਆ ਪ੍ਰੈਜ਼ੈਂਟ, ਉਸ ਮਾਹੌਲ ਦੇ ਵਿੱਚ ਪ੍ਰੈਜ਼ੈਂਟ। ਆਲੇ ਦੁਆਲੇ ਕੋਈ ਰੋਟੀ ਖਾ ਰਿਹਾ, ਉਹਦੀ ਖੁਸ਼ਬੂ ਆ ਰਹੀ ਹੈ, ਰੋਟੀ ਖਾ ਰਿਹਾ, ਉਹਦੀ ਖੁਸ਼ਬੂ ਆ ਰਹੀ ਹੈ। ਕਿਸੇ ਨੇ ਟਿਫਨ ਓਪਨ ਕੀਤਾ ਸੁਬਾਹ ਦੇ ਟਾਈਮ 'ਤੇ, ਉਹਨੇ ਪਰਾਂਠੇ ਵਿੱਚ ਅਚਾਰ ਨਾਲ, ਵਿੱਚ ਕੋਈ ਚਾਏ ਕਰਦਾ, ਹਾਂ ਵਿੱਚ ਕੋਈ ਚਾਏ। ਇਹ ਹੋ ਗਿਆ ਪ੍ਰੈਜ਼ੈਂਟ, ਅਸੀਂ ਇਨਵੋਲਵ ਹੋਣਾ, ਠੀਕ ਹੈ। ਸੇਮ ਹੀ ਜੀਵਨ ਹੈ,
ਐਗਜ਼ਾਮਪਲ ਮੈਂ ਇੱਕ ਟ੍ਰੇਨ ਦੇ ਸਫ਼ਰ ਤੋਂ ਦਿੱਤੀ, ਸੇਮ ਜੀਵਨ ਹੈ। ਜਦੋਂ ਤੁਹਾਡਾ ਜੀਵਨ ਸਟ੍ਰੈਸ ਨਾਲ ਭਰ ਜਾਵੇ, ਜੀਵਨ ਤੋਂ ਚੰਗੇ ਰਿਜ਼ਲਟ ਨਾ ਆ ਰਹੇ ਹੋਣ, ਵਾਰ-ਵਾਰ ਚੜ੍ਹਨ 'ਤੇ ਵੀ ਡਿੱਗ ਜਾਂਦੇ ਹੋਈਏ, ਤਾਂ ਆਪਣੇ ਆਪ ਨੂੰ ਪ੍ਰੈਜ਼ੈਂਟਲੀ ਜ਼ਿੰਦਗੀ 'ਚ ਵਾਪਸ ਲੈ ਆਓ। ਔਰ ਉਹ ਇੱਕ ਟ੍ਰੇਨਿੰਗ ਦਾ ਪਾਰਟ ਹੁੰਦਾ ਹੈ। ਇਹ ਨਹੀਂ ਕਿ ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ ਤੇ ਹੁਣੇ ਲੈ ਆਓਗੇ, ਨਹੀਂ ਹੋਣਾ। ਠੀਕ ਹੈ, ਇਹ ਟ੍ਰੇਨਿੰਗ ਦਾ ਪਾਰਟ। ਜਿਵੇਂ ਮੈਂ ਬੋਲਿਆ ਹੈ ਨਾ ਕਿ ਟ੍ਰੇਨ ਦੇ ਵਿੱਚ ਇਸ ਤਰ੍ਹਾਂ ਪ੍ਰੈਜ਼ੈਂਟ ਹੋਣਾ, ਉਵੇਂ ਜੀਵਨ 'ਚ ਵੀ ਇਸ ਤਰ੍ਹਾਂ ਪ੍ਰੈਜ਼ੈਂਟ ਹੋਣਾ। ਜਦੋਂ ਤੁਹਾਡਾ ਦਿਮਾਗ ਡਿਪਰੈਸ਼ਨ 'ਚ ਆ ਜਾਵੇ, ਆਪਣੇ ਪਾਸਟ ਤੋਂ ਔਰ ਫਿਊਚਰ 'ਚ ਬਾਹਰ ਆਉਣਾ ਤੇ ਬੋਲਣਾ ਸ਼ੁਰੂ ਕਰ ਦਿਓ। ਇਹ ਟ੍ਰੇਨਿੰਗ ਔਰ ਪ੍ਰੈਕਟਿਸ ਦਾ ਪਾਰਟ। ਬੋਲਣਾ ਸ਼ੁਰੂ ਕਰ ਦਿਓ ਕਿ ਜਿੱਥੇ ਵੀ ਬੈਠੇ ਹੋ, ਘਰੇ ਬੈਠੇ ਹੋ ਤਾਂ ਬੋਲਣਾ ਸ਼ੁਰੂ ਕਰ ਦਿਓ ਆਪਣੇ ਅੰਦਰ ਕਿ ਇਸ ਟਾਈਮ ਮੈਂ ਘਰੇ ਆਪਣੇ ਡਰਾਇੰਗ ਰੂਮ 'ਚ ਬੈਠਾ, ਸਾਹਮਣੇ ਟੀਵੀ ਚੱਲ ਰਿਹਾ ਔਰ ਨਾਲ ਇੱਕ ਛੋਟਾ ਜਿਹਾ ਪੌਟ ਪਿਆ ਜਿਹਦੇ 'ਚ ਬੜਾ ਅੱਛਾ ਗੁਲਦਸਤਾ ਹੈ ਔਰ ਮੇਰੇ ਬੱਚੇ ਖੇਡ ਰਹੇ ਨੇ। ਜਦੋਂ ਤੁਸੀਂ ਬੋਲੋਗੇ, ਬ੍ਰੇਨ ਨੂੰ ਕਮਾਂਡ ਜਾਏਗੀ, ਬ੍ਰੇਨ ਵਾਪਸ ਲੈ ਆਏਗਾ ਤੁਹਾਨੂੰ। ਔਰ ਰੈਗੂਲਰ 10 ਤੋਂ 15 ਮਿੰਟ ਦੀ ਰਿਹਰਸਲ ਹੈ। ਮੈਂ ਨਹੀਂ ਕਰਾਂਗਾ ਸਾਰਾ ਦਿਨ ਬੋਲਣਾ, ਠੀਕ ਹੈ। 10 ਤੋਂ 15 ਮਿੰਟ ਦੀ ਰੈਗੂਲਰ ਰਿਹਰਸਲ ਹੈ। ਇਹਨੂੰ ਜਦੋਂ ਤੁਸੀਂ ਕਰੋਗੇ ਤਾਂ ਬ੍ਰੇਨ ਵਾਪਸ ਆ ਜਾਏਗਾ ਔਰ ਸੱਚ ਦਵਾਈ ਦਾ ਕੰਮ ਕਰੇਗਾ। ਦੂਸਰਾ, 10 ਤੋਂ 15 ਮਿੰਟ ਡੇਲੀ ਕੁਛ ਮੋਟੀਵੇਸ਼ਨਲ ਬੁੱਕਸ ਪੜ੍ਹੋ, ਵੀਡੀਓ ਦੇਖੋ YouTube ਤੇ, ਲੇਕਿਨ ਪੜ੍ਹਨਾ ਜ਼ਰੂਰੀ ਹੈ। ਵੀਡੀਓ ਨੂੰ ਦੇਖਣਾ ਤੇ ਪੜ੍ਹਨ ਦੇ ਵਿੱਚ ਤੁਹਾਡੇ ਸਰੀਰ ਦੀਆਂ, ਤੁਹਾਡੇ ਬਾਡੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਐਨਰਜੀਜ਼ ਨੇ, ਉਹਨਾਂ ਦੇ ਯੂਜ਼ ਹੋਣ 'ਚ ਵੇਰੀਏਸ਼ਨ ਹੈ। ਜਦੋਂ ਅਸੀਂ ਕੁਛ ਦੇਖਦੇ ਹਾਂ ਤਾਂ ਸਿਰਫ ਤੁਹਾਡੀਆਂ ਆਈਜ਼ ਤੇ ਬ੍ਰੇਨ ਇਨਵੋਲਵ ਹੁੰਦਾ ਹੈ। ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਡੀਆਂ ਇੰਦਰੀਆਂ ਵੀ ਇਨਵੋਲਵ ਹੁੰਦੀਆਂ। ਕੋਈ ਜ਼ੁਬਾਨ ਚੱਲਣੀ ਸ਼ੁਰੂ ਹੋ ਗਈ ਤੁਹਾਡੀ, ਤੁਸੀਂ ਪੜ੍ਹ ਰਹੇ ਹੋ, ਜ਼ੁਬਾਨ ਚੱਲੇਗੀ, ਆਈਜ਼ ਉਹਨੂੰ ਦੇਖ ਰਹੀਆਂ ਨੇ, ਬ੍ਰੇਨ ਆਬਜ਼ਰਵ ਕਰ ਰਿਹਾ ਜੋ ਤੁਸੀਂ ਪੜ੍ਹ ਰਹੇ ਹੋ, ਤਾਂ ਜ਼ਿਆਦਾ ਇੰਦਰੀਆਂ ਇਨਵੋਲਵ ਹੋ ਗਈਆਂ। ਅੱਛਾ, ਜੇ ਤੁਸੀਂ ਪੜ੍ਹ ਕੇ ਨਾਲ ਲਿਖਦੇ ਹੋ, ਮੰਨ ਲਓ ਤੁਸੀਂ 15 ਮਿੰਟ ਇੱਕ ਪੇਜ ਪੜ੍ਹਿਆ, ਘੜੀ ਤੋਂ ਦੇਖ ਕੇ 15 ਮਿੰਟ ਪੜ੍ਹ ਲਿਆ ਤੇ ਘੜੀ ਤੋਂ ਦੇਖ ਕੇ ਅਗਲਾ 15 ਮਿੰਟ ਲਿਖ ਲਿਆ। ਹੁਣ ਤੁਸੀਂ ਬਾਡੀ ਦੀਆਂ ਹੋਰ ਇੰਦਰੀਆਂ ਨੂੰ ਇਨਵੋਲਵ ਕਰ ਲਿਆ ਉਹਦੇ ਵਿੱਚ। ਜਿੰਨਾ ਜ਼ਿਆਦਾ ਆਪਣੇ ਗਿਆਨ ਦੀਆਂ ਇੰਦਰੀਆਂ ਨੂੰ ਇਨਵੋਲਵ ਕਰੋਗੇ, ਉਨਾ ਜ਼ਿਆਦਾ ਗਿਆਨ ਜ਼ਿਆਦਾ ਸਟੋਰ ਹੋ ਜਾਂਦਾ ਹੈ। ਠੀਕ ਹੈ, ਜਿਹੜੀ ਚੀਜ਼ ਨੂੰ ਅਸੀਂ ਸੁਣ ਰਹੇ ਹਾਂ ਉਹਦੀ ਪਰਸੈਂਟੇਜ ਉਨੀ ਹੀ ਹੋਣੀ ਹੈ। ਜਿਹੜੀ ਚੀਜ਼ ਨੂੰ ਸੁਣ ਕੇ ਮੈਂ ਫਿਰ ਪੜ੍ਹ ਵੀ ਰਿਹਾ ਉਹ ਜ਼ਿਆਦਾ ਇਨਵੋਲਵ। ਅੱਛਾ, ਮੈਂ ਸੁਣ ਵੀ ਲਿਆ, ਪੜ੍ਹ ਵੀ ਲਿਆ, ਫਿਰ ਲਿਖ ਵੀ ਲਿਆ, ਹੋਰ ਇਨਵੋਲਵ ਹੋ ਗਈ, ਉਹਦੀ ਸਟੋਰੇਜ ਉਨੀ ਜ਼ਿਆਦਾ ਹੋ ਗਈ ਸਾਡੇ ਅੰਦਰ। ਤਾਂ ਉਹਨੇ ਉਨਾ ਹੀ ਜ਼ਿਆਦਾ ਦਿਮਾਗੀ ਖੁਰਾਕੀ ਰੂਪ ਦੇ ਵਿੱਚ, ਦਿਮਾਗ ਦੀ ਖੁਰਾਕ ਦੇ ਰੂਪ ਦੇ ਵਿੱਚ ਆਪਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨਲ ਮੈਡੀਸਨ ਕਹਿ ਦਿੰਦੇ ਹਾਂ, ਉਸ ਰੂਪ 'ਚ ਉਹਨੇ ਸਾਡੇ ਸਰੀਰ 'ਤੇ ਕੰਮ ਕਰਨਾ ਹੈਗਾ। ਸੋ ਤਾਂ ਇਹ ਦੂਸਰੀ ਟਿਪਸ ਹੋ ਗਈ ਕਿ ਕੁਛ ਨਾ ਕੁਛ ਮੋਟੀਵੇਸ਼ਨਲ ਪੜ੍ਹੋ। ਤੀਸਰਾ, ਕੁਛ ਨਾ ਕੁਛ ਮੋਟੀਵੇਸ਼ਨਲ ਸੁਣੋ। ਚੌਥਾ ਹੈਗਾ, ਜਿਹੜੇ ਦੇਖੋ ਸਟਰੈਸ ਸਭ ਦੇ ਕੋਲ ਹੈਗੀ ਹੈ। ਇਹ ਨਹੀਂ ਹੈਗਾ ਕਿ ਮੇਰੇ ਕੋਲ ਸਟਰੈਸ ਨਹੀਂ ਹੈ, ਕੁਲਵੰਤ ਜੀ ਕੋਲ ਸਟਰੈਸ ਨਹੀਂ ਹੈ, ਜੋ ਸੁਣ ਰਹੇ ਉਹਨਾਂ ਕੋਲ ਸਟਰੈਸ, ਸਭ ਦੇ ਕੋਲ ਹੈ। ਅਸੀਂ ਮੈਨੇਜ ਕਰਨਾ ਸਿੱਖਣਾ, ਅਸੀਂ ਇਹਨਾਂ ਨੂੰ ਮੰਨ ਕੇ ਚੱਲਣਾ ਕਿ ਹਾਂ ਇਹ ਤਾਂ ਜੀਵਨ ਦਾ ਹਿੱਸਾ ਹੈ, ਤੋਂ ਮੈਂ ਕਿਉਂ ਘਬਰਾਵਾਂ, ਕੋਈ ਨਵੀਂ ਚੀਜ਼ ਥੋੜ੍ਹਾ ਨਾ ਆਈ ਹੈ। ਅੱਛਾ, ਸਟਰੈਸ ਮਹਾਭਾਰਤ ਦੇ ਟਾਈਮ 'ਤੇ ਥੋੜ੍ਹੀ ਸੀ, ਜਦੋਂ 1 ਕਰੋੜ ਲੋਕ ਮਰ ਗਏ, ਇਹ ਦੱਸਿਆ ਜਾਂਦਾ ਹੈ ਮਹਾਭਾਰਤ। ਉਦੋਂ ਸਟਰੈਸ ਥੋੜ੍ਹੀ ਸੀ। ਅੱਜ ਕਿਹੜੇ ਕੁਰਬਾਨਾਂ ਚੱਲ ਰਹੀਆਂ ਨੇ ਸਾਡੇ ਘਰਾਂ ਦੇ ਵਿੱਚ, ਕਿਹੜੇ ਬੰਬ ਗੋਲੇ ਡਿੱਗਦੇ ਪਏ। ਅੱਜ ਬੰਦਾ ਖੜਾ ਹੀ ਤਪਿਆ ਮਿਲਦਾ ਹੈ। ਠੀਕ ਹੈ, ਕਿਸੇ ਕੁਛ ਨਾ ਕਹੋ, ਸਿਰਫ ਇਸ ਤਰ੍ਹਾਂ ਦੇਖਣਾ ਸ਼ੁਰੂ ਕਰੋ 5 ਮਿੰਟ। ਉਹਨੇ ਨਹੀਂ ਪੁੱਛਣਾ ਭਾਈ ਸਾਹਿਬ ਕੀ ਤੁਹਾਡਾ BP ਵੱਧ ਗਿਆ, ਉਹਨੇ ਕਹਿਣਾ ਨੇ ਅੱਖਾਂ ਕੱਢ ਕੇ ਦੇਖਿਆ ਹੈਗਾ, ਬਸ ਮੈਂ ਨਹੀਂ ਛੱਡਣਾ ਅੱਜ ਤੈਨੂੰ, ਮੈਂ ਨਗਾਈ ਦੇਣਾ ਹੈਗਾ। ਠੀਕ ਹੈ, ਉਹਨੇ ਪੁੱਛਣਾ ਪਤਾ ਨਹੀਂ, ਹੋ ਸਕਦਾ ਬੰਦਾ ਇਹਦਾ ਥਾਇਰਾਇਡ ਵਧਿਆ ਹੋਵੇ, ਕਿਉਂਕਿ ਜਿਹਦਾ ਥਾਇਰਾਇਡ ਜ਼ਿਆਦਾ ਵੱਧ ਜਾਂਦਾ ਅੱਖਾਂ ਬਾਹਰ ਆ ਜਾਂਦੀਆਂ। ਉਹਨੇ ਨਹੀਂ ਸਮਝਣਾ ਕਿ ਇਹਦਾ BP ਵਧਿਆ ਹੋਵੇ। ਉਹਨੇ ਨਹੀਂ ਸਮਝਣਾ ਕਿ OCD ਦਾ ਪੇਸ਼ੈਂਟ ਤਾਂ ਨਹੀਂ, ਜਿਹੜੇ OCD ਦੇ ਪੇਸ਼ੈਂਟ ਹੁੰਦੇ ਉਹ ਵੀ ਇਸ ਤਰ੍ਹਾਂ ਦੇਖਦੇ ਆ। ਠੀਕ ਹੈ, ਉਹਨੇ ਨਹੀਂ ਸਮਝਣਾ ਡਿਪਰੈਸ਼ਨ ਦਾ ਪੇਸ਼ੈਂਟ ਤਾਂ ਨਹੀਂ, ਡਿਪਰੈਸ਼ਨ ਦੇ ਪੇਸ਼ੈਂਟ ਵੀ ਇਸ ਤਰ੍ਹਾਂ ਦੇਖਦੇ ਨੇ। ਠੀਕ ਹੈ, ਉਹਨੇ ਕਹਿਣਾ ਇਹਨੇ ਅੱਖਾਂ ਕੱਢ ਕੇ ਦੇਖਿਆ ਜੀ, ਬਸ ਇਹਨੇ ਦੇਖਿਆ ਤੇ ਦੇਖਿਆ ਕਿਉਂ, ਹੁਣ ਜਾਂ ਧਰਤੀ 'ਤੇ ਇਹ ਨਹੀਂ ਤੇ ਜਾਂ ਮੈਂ ਨਹੀਂ। ਠੀਕ ਹੈ, ਸੋ ਉਹ ਤਾਂ ਪੇਸ਼ੈਂਟ ਹੁੰਦੇ ਆਪ ਵੀ ਪੇਸ਼ੈਂਟ ਬਣੇ, ਆਪ ਵੀ, ਕਿਉਂਕਿ ਉਹਨੇ ਵੀ ਤਾਂ ਆਪਣੇ BP ਨੂੰ ਹਾਈ ਕਰ ਲਿਆ ਨਾ। ਹਾਈਪਰ BP ਦੇ ਵਿੱਚ ਉਹਦੀਆਂ ਵੀ ਤਾਂ ਅੰਦਰਲੇ ਮੈਕੈਨਿਜ਼ਮ ਨੂੰ ਓਵਰਵਰਕ ਕਰਨਾ ਪਿਆ। ਤੇ ਇਹ ਸੱਚ ਹੈ ਕਿ ਜਦੋਂ 15-20 ਮਿੰਟ ਹਾਈਪਰ ਰਹੇਗਾ ਤੇ ਉਸ ਤੋਂ ਬਾਅਦ ਨਡਾਲ ਉਹਦੀ ਬੋਡੀ ਨੇ ਵੀ ਹੋ ਜਾਣਾ, ਭੁੱਖ ਉਹਦੀ ਵੀ ਮਰ ਜਾਣੀ ਹੈ ਇੱਕ ਟਾਈਮ ਦੇ ਲਈ, ਤੇ ਕਿਉਂਕਿ ਅੰਦਰਲੇ ਚੇਂਜਸ ਆ ਗਏ। ਸੋ ਮੇਰੇ ਖਿਆਲ ਦਾ ਮਤਲਬ ਹੈਗਾ ਕਿ ਸਟਰੈਸ ਨੂੰ ਜੀਵਨ ਦਾ ਹਿੱਸਾ ਮੰਨ ਕੇ ਆਪਾਂ ਚੱਲਣਾ ਹੈਗਾ। ਨੈਕਸਟ ਇੱਕ ਹੋਰ ਟਿਪਸ ਹੈ ਕਿ 10 ਤੋਂ 15 ਮਿੰਟ ਬੱਚੇ ਬਣਨਾ ਹੈ, ਸਿਆਣਪ ਵਾਲਾ ਕਵਚ ਉਤਾਰਨਾ, ਕਿੱਲੀ 'ਤੇ ਟੰਗ ਦੇਣਾ, ਔਰ ਆਪਣੇ ਘਰ ਦੇ ਅੰਦਰ ਬੱਚੇ ਪਰਮੇਸ਼ਰ ਨੇ ਸਾਨੂੰ ਦਿੱਤੇ ਹੋਏ ਨੇ। ਠੀਕ ਆ, ਉਹਨਾਂ ਦੇ ਨਾਲ 10 ਮਿੰਟ ਬੱਚੇ ਬਣਨਾ। ਬੱਚੇ 10 ਮਿੰਟ ਘਰੇ ਬਣਨਾ। ਠੀਕ ਆ, ਬੱਚੇ ਬਣਨ ਦਾ ਮਤਲਬ ਇਹ ਹੈ ਕਿ ਜੇ ਉਹ ਖੇਡ ਰਹੇ ਨੇ ਨਾ, ਉਹਨਾਂ ਦੇ ਰੂਪ 'ਚ ਖੇਡਣਾ, ਆਪ ਦੇ ਰੂਪ 'ਚ ਨਹੀਂ ਖੇਡਣਾ। ਠੀਕ ਹੈ, ਜੋ ਮਿੱਟੀ 'ਚ ਖੇਡ ਰਹੇ ਨੇ ਤਾਂ 10 ਮਿੰਟ ਖੇਡ ਕੇ ਦੇਖੋ ਉਹਦੇ ਨਾਲ, ਨਾ 10 ਮਿੰਟ 'ਚ ਤੁਹਾਡਾ ਜੀਵਨ ਬਦਲਿਆ ਤਾਂ ਕਹਿ ਦਿਓ ਜੀ। ਜੇ ਉਹ ਆਪਸ 'ਚ ਮੰਨ ਲਓ ਬੈੱਡ 'ਤੇ ਬੱਚੇ ਮੋਸਟਲੀ ਖੇਡਦੇ ਨੇ, ਉਹ 'ਚ ਇਨਵੋਲਵ ਹੋ ਜਾਓ 10-15 ਮਿੰਟ। ਰੈਗੂਲਰ ਇਹ ਪ੍ਰੈਕਟਿਸ ਦਾ ਪਾਰਟ ਹੈ। ਜਦੋਂ ਜ਼ਿੰਦਗੀ ਸਟਰੈਸ ਜ਼ਿਆਦਾ ਹੈ, ਮੈਂ ਉਹ ਕਹਿ ਰਿਹਾ, ਉਦੋਂ ਇਹਨਾਂ ਚੀਜ਼ਾਂ ਨੂੰ ਰੈਮਡੀ ਦੇ ਰੂਪ 'ਚ ਯੂਜ਼ ਕਰ ਲਓ। ਜਿਹੜੀ ਚੀਜ਼ਾਂ ਤੋਂ ਬੱਚੇ ਨੂੰ ਆਪਾਂ ਰੋਕ ਰਹੇ ਵੀ ਆਹ ਨਾ ਕਰ, ਉਹ ਆਪ ਕਰਨੀ, ਉਹ ਵੀ ਨਾਲ ਇਨਵੋਲਵ ਹੋ ਜਾਓ।
ਮੈਂ ਕਹਿੰਦਾ ਬੱਚਾ ਜੀਵਨ ਬਦਲ ਕੇ ਰੱਖ ਦੇਗਾ ਤੁਹਾਡਾ। ਔਰ ਲਾਸਟ ਦੇ ਵਿੱਚ ਇੱਕ ਹੋਰ ਹੈ ਕਿ ਆਪਣੇ ਜੀਵਨ ਦੇ ਵਿੱਚ ਇੱਕ ਪ੍ਰੈਕਟਿਸ ਬਣਾਈਏ, ਆਪਣੇ ਜੀਵਨ ਦਾ ਇੱਕ ਸਕੈਡਿਊਲ ਬਣਾਈਏ। ਜਿਵੇਂ ਤੁਹਾਨੂੰ 3 ਟਾਈਮ ਦਾ ਖਾਣਾ ਜ਼ਰੂਰੀ ਹੈ, ਰੈਗੂਲਰ ਕੋਸ਼ਿਸ਼ ਕਰੋ 10 ਤੋਂ 15 ਮਿੰਟ ਬਜ਼ੁਰਗਾਂ ਦੇ ਕੋਲ ਬੈਠਣਾ। ਜੋ ਵੀ ਤੁਹਾਡਾ ਸ਼ਡਿਊਲ ਹੈ, ਜੋ ਵੀ ਤੁਹਾਡੀ ਡੈਜ਼ਿਗਨੇਸ਼ਨ ਹੈ, ਜੋ ਵੀ ਤੁਹਾਡੀ ਇਨਕਮ ਹੈ, ਤੁਸੀਂ ਬਹੁਤ ਘੱਟ ਕਮਾ ਰਹੇ ਹੋ ਤਾਂ ਵੀ ਤੁਸੀਂ ਬਹੁਤ ਜ਼ਿਆਦਾ ਕਮਾ ਰਹੇ ਹੋ, ਤਾਂ ਵੀ ਤੁਸੀਂ ਇੱਕ ਅੱਛੀ ਪੋਸਟ 'ਤੇ ਹੋ, ਤਾਂ ਵੀ ਤੁਸੀਂ ਇੱਕ ਨਾਰਮਲ ਇੱਕ ਦੁਕਾਨਦਾਰ ਹੋ ਜਾਂ ਲੇਬਰ ਕਰਦੇ ਹੋ, ਤਾਂ ਵੀ 15 ਤੋਂ 20 ਮਿੰਟ ਬਜ਼ੁਰਗਾਂ 'ਚ ਤੁਸੀਂ ਇਨਵੋਲਵ ਹੋ ਜਾਓ। ਤੁਹਾਨੂੰ ਰੈਗੂਲਰ ਰੋਜ਼ ਦੇ ਜ਼ਿੰਦਗੀ ਦੇ ਸਟ੍ਰੈਸ ਤੋਂ ਬਾਹਰ ਨਿਕਲਦੇ ਉਪਾਅ ਮਿਲਦੇ ਰਹਿਣਗੇ, ਕਿਉਂਕਿ ਬਜ਼ੁਰਗ ਸਾਡੇ ਲਈ ਇੱਕ ਕਿਤਾਬ ਨੇ ਔਰ ਬੱਚੇ ਸਾਡੇ ਲਈ ਹੋਪ ਨੇ। ਜਦੋਂ ਬਜ਼ੁਰਗਾਂ ਕੋਲ ਬੈਠੋਗੇ ਤਾਂ ਉਹ ਕਿਤਾਬ ਖੁੱਲ੍ਹੇਗੀ। 15-20 ਮਿੰਟ ਤੁਸੀਂ ਉਹਨਾਂ ਦਾ ਹਾਲ ਚਾਲ ਪੁੱਛਣਾ ਹੈ, ਉਹਨਾਂ ਨੂੰ ਖੁਸ਼ ਰੱਖਣਾ ਹੈ ਔਰ ਉਹਨਾਂ ਨੂੰ ਸੁਣਨਾ ਹੈ। ਉਸ ਤੋਂ ਬਾਅਦ ਸੁਣਾਉਣਾ ਕੁਛ ਨਹੀਂ, ਕਿਸੇ ਵੀ ਬਜ਼ੁਰਗ ਨੂੰ ਆਈਡੀਆ ਨਹੀਂ ਜਾਂ ਸੁਣਾਉਣ ਨਹੀਂ ਬੈਠਣਾ ਕਿ ਬਾਪੂ ਤੇਰੇ ਨਾਲ ਮੈਂ ਬਹੁਤ ਜ਼ਿਆਦਾ ਸਿਆਣਾ ਹੈ। ਤੁਹਾਡਾ ਕੰਮ ਹੈ ਹਾਲ ਚਾਲ ਪੁੱਛਣਾ, ਉਹਨੂੰ ਖੁਸ਼ੀ ਉਹਨੂੰ ਮਿਲਣਾ ਹੈ, ਉਸ ਤੋਂ ਬਾਅਦ ਉਹਨੂੰ ਸੁਣਨਾ ਹੈ ਔਰ ਸੁਣ ਕੇ ਉਹ ਤੋਂ ਫਿਰ ਆਸ਼ੀਰਵਾਦ ਲੈ ਕੇ ਆਪਣੇ ਕੰਮ ਨੂੰ ਨਿਕਲ ਜਾਣਾ ਹੈਗਾ। ਔਰ ਇਹ ਕਿਤਾਬ ਦਾ ਕੰਮ ਕਰੇਗੀ। ਬੱਚੇ ਜਿਨ੍ਹਾਂ ਦੀ ਜੀ ਜ਼ਿੰਦਗੀ ਡਿਜ਼ਾਈਨ ਹੋਣੀ ਹੈ, ਜਦੋਂ ਉਹਨਾਂ 'ਚ 10 ਮਿੰਟ ਲਗਾਓਗੇ ਤਾਂ ਹੋਪ ਮਿਲੇਗੀ। ਅਤੇ ਆਪਾਂ ਸੈਂਟਰ 'ਚ ਖੜ੍ਹੇ ਹੋਏ ਹਾਂ, ਠੀਕ ਹੈ। ਅਤੇ ਜਦੋਂ ਅਸੀਂ ਇੱਕ ਗੁਜ਼ਰੀ ਜ਼ਿੰਦਗੀ 'ਚ ਕੋਲ ਵੀ ਜਾ ਕੇ ਆ ਗਏ ਹਾਂ, ਬਜ਼ੁਰਗ ਦੀ ਜ਼ਿੰਦਗੀ ਗੁਜ਼ਰ ਚੁੱਕੀ ਹੈ ਨਾ ਕਾਫੀ, ਉਹਦੇ ਕੋਲ ਵੀ ਜਾ ਕੇ ਆ ਗਏ, ਉਹਦੀ ਕਿਤਾਬ ਵੀ ਪੜ੍ਹ ਆਏ ਹਾਂ। ਅਤੇ ਜਿਹਦੀ ਅਜੇ ਸਟਾਰਟ ਹੋਈ ਹੈ ਉਹਦੇ ਕੋਲ ਵੀ ਇਨਵੋਲਵ ਹੋ ਕੇ ਆ ਗਏ ਹਾਂ। ਮਤਲਬ ਹੀ ਨਹੀਂ ਕਿ ਤੁਸੀਂ ਸੁਸਾਈਡ ਦਾ ਪ੍ਰੋਗਰਾਮ ਬਣਾ ਲਓ, ਮਤਲਬ ਹੀ ਨਹੀਂ ਕਿ ਤੁਸੀਂ ਜੀਵਨ ਤੋਂ ਹਾਰ ਕੇ ਚਲੇ ਜਾਓ, ਕਿਉਂਕਿ ਤੁਸੀਂ ਜ਼ਿੰਦਗੀ ਦੇ ਪਹਿਲੇ ਕਿਨਾਰੇ ਤੋਂ ਲੈ ਕੇ ਤੇ ਲਾਸਟਲੇ ਕਿਨਾਰੇ ਤੱਕ ਦਾ ਸਫ਼ਰ ਤੈਅ ਕਰ ਆਏ ਜੇ ਦੋਨਾਂ ਨੂੰ ਮਿਲ ਕੇ, ਠੀਕ ਹੈ। ਸੋ ਇੱਕ ਛੋਟੀ ਜਿਹੀ ਟਿਪਸ ਹੈ ਔਰ ਇਹ ਕਾਫੀ ਤੁਹਾਨੂੰ ਸਟਰੈਸ ਨਾਲ ਲੜਨ ਦਾ ਹਿੰਮਤ, ਹੌਸਲਾ ਤੇ ਐਜੂਕੇਸ਼ਨ ਵੀ ਦੇਗੀ। ਸਟਰੈਸ ਨੂੰ ਮੈਨੇਜ ਕਰਨ ਦੇ ਪ੍ਰਤੀ ਵੀ ਤੁਹਾਨੂੰ ਇੱਕ ਗਿਆਨਵਾਨ ਇਨਸਾਨ ਬਣਾਏਗੀ। ਔਰ ਆਈ ਹੋਪ ਕਿ ਜਦੋਂ ਤੁਸੀਂ ਇਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰੋਗੇ, ਉਸ ਤੋਂ ਬਾਅਦ ਇਹੀ ਖੁਰਾਕ ਦੇ ਰੂਪ 'ਚ, ਗਿਆਨ ਦੇ ਰੂਪ 'ਚ ਆਪਣੇ ਬੱਚਿਆਂ ਨੂੰ ਵੀ ਦੇ ਕੇ ਜਾਓਗੇ। ਮੈਨੂੰ ਲੱਗਦਾ ਕਿ ਇੱਕ ਟਿਪ ਜਿਹੜਾ ਉਹ ਵੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਇੱਕ ਵਾਰੀ ਮੈਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਬੰਦੇ ਨੂੰ ਡਿਪਰੈਸ਼ਨ ਹੈ ਤਾਂ ਉਹ ਇੱਕੋ ਜਗ੍ਹਾ ਝਾਕਦਾ ਰਹਿੰਦਾ, ਇੱਕੋ ਜਗ੍ਹਾ ਦੇਖੇਗਾ, ਜਾਂ ਨੀਚੇ ਦੇਖੇਗਾ ਜਾਂ ਅੱਖਾਂ ਬੰਦ ਕਰਕੇ ਪੈ ਜਾਏਗਾ ਜਾਂ ਕੁਛ ਉਹ ਤੋਂ ਦੇਖਿਆ ਨਹੀਂ ਜਾਂਦਾ, ਇੱਕ ਅੱਖਾਂ ਇੱਦਾਂ ਰਹੇਗਾ। ਤਾਂ ਉਸ ਨੂੰ ਪਹਿਲੀ ਗੱਲ ਤਾਂ ਉਹ ਜਗ੍ਹਾ ਛੱਡ ਦੇਣੀ ਚਾਹੀਦੀ ਹੈ, ਕਿਤੇ ਹੋਰ ਜਾ ਕੇ ਖੁੱਲੇ 'ਚ ਜਾਵੇ ਜਿੱਥੇ ਕਾਫੀ ਸਾਰੇ ਸੀਨ ਉਹਨੂੰ ਅੱਖਾਂ ਨੂੰ ਨਜ਼ਰ ਆਉਣ। ਕੋਈ ਇਸ ਤਰ੍ਹਾਂ ਦਾ ਵੀ ਹੈ? ਬਿਲਕੁਲ। ਤੁਸੀਂ ਅਗਰ ਹਰਿਆਲੀ ਭਰੇ ਮਾਹੌਲ 'ਚ ਰਹਿੰਦੇ ਹੋ ਤਾਂ ਡਿਪਰੈਸ਼ਨ 'ਚ ਰਹਿਣ ਵਾਲੇ ਇਨਸਾਨ, ਸਟਰੈਸ 'ਚ ਰਹਿਣ ਵਾਲੇ ਇਨਸਾਨ ਨੂੰ ਸਕੂਨ ਮਿਲਦਾ ਹੈ। ਬ੍ਰੇਨ ਕਾਫੀ ਇੱਕ ਪੀਸਫੁਲ ਇਮੋਸ਼ਨ 'ਚ ਆ ਜਾਂਦਾ ਹੈਗਾ, ਠੀਕ ਹੈ। ਦਿਮਾਗ ਬੜਾ ਸ਼ਾਂਤ ਹੋ ਜਾਂਦਾ ਔਰ ਦਿਮਾਗ ਦੀਆਂ ਜਿਹੜੀਆਂ ਹਾਈਪਰ ਐਕਟੀਵਿਟੀਜ਼ ਨੇ ਉਹ ਕਾਫੀ ਇੱਕ ਬੈਲੈਂਸ ਮੂਡ ਦੇ ਵਿੱਚ ਆ ਜਾਂਦੀਆਂ ਨੇ ਔਰ ਉਹਦੇ ਨਾਲ ਤੁਹਾਡੇ ਅੰਦਰ ਕਾਫੀ ਹਾਰਮੋਨਲ ਚੇਂਜਸ ਆਉਂਦੇ ਨੇ ਔਰ ਤੁਹਾਡੇ ਮਨ ਦੇ ਜਿਹੜੇ ਹਾਵ ਭਾਵ ਉਹ ਬਦਲਣ ਲੱਗ ਪੈਂਦੇ ਨੇ। ਸੋ ਹਰਿਆਲੀ ਜਿਹੜੀ ਹੈਗੀ ਹੈ ਉਹ ਡਿਪਰੈਸ਼ਨ ਔਰ ਸਟਰੈਸ ਵਾਲੇ ਦਿਮਾਗ, ਤਾਂ ਹੀ ਤਾਂ ਲੋਕ ਜਦੋਂ ਬਹੁਤ ਥੱਕ ਜਾਣਾ ਕਹਿੰਦੇ ਜੀ ਆਪਾਂ ਕੁਛ ਹਿਲ ਸਟੇਸ਼ਨ 'ਤੇ ਨਾ ਚੱਲੀਏ, ਠੀਕ ਹੈ। ਤਾਂ ਹਿਲ ਸਟੇਸ਼ਨ 'ਤੇ ਉਹੀ ਚੀਜ਼ਾਂ ਉਹ ਸਾਨੂੰ, ਕਿਉਂਕਿ ਅਸੀਂ ਇੱਥੇ ਬਿਲਡਿੰਗਾਂ ਦੇ ਵਿੱਚ ਘਿਰੇ ਹੁੰਦੇ ਹਾਂ, ਜਦੋਂ ਆਪਾਂ ਕਿਸੇ ਹਿਲ ਸਟੇਸ਼ਨ 'ਤੇ ਜਾਂਦੇ ਹਾਂ ਜਾਂ ਇੱਕ ਖੁੱਲ੍ਹੇ ਵਾਤਾਵਰਨ 'ਚ ਜਾਂਦੇ ਹਾਂ, ਉੱਥੇ ਆਲਾ ਦੁਆਲਾ ਜਿਹੜਾ ਹੈਗਾ ਹਰਿਆਲੀ ਭਰਿਆ ਹੁੰਦਾ, ਉਹ ਸਾਨੂੰ ਸਕੂਨ ਦਿੰਦਾ। ਤਾਂ ਇਹ ਇੱਕ ਪ੍ਰੂਫ ਹੈ ਕਿ ਅਸੀਂ ਕੁਦਰਤ ਨਾਲ ਜੁੜੇ ਹੋਏ ਹਾਂ। ਇਹਦੇ ਤੋਂ ਵੱਖ ਅਸੀਂ ਜਿੰਦਾ ਰਹਿ ਹੀ ਨਹੀਂ ਸਕਦੇ। ਅਤੇ ਜੇ ਜਿੰਨੀ ਤੇਜ਼ੀ ਨਾਲ ਜੇ ਅਸੀਂ ਕੁਦਰਤ ਦਾ ਵਿਨਾਸ਼ ਕਰਨ ਦੇ ਉੱਤੇ ਅਸੀਂ ਅੱਤ ਚੁੱਕੀ ਹੋਈ ਹੈ ਤਾਂ ਕੁਦਰਤ ਦਾ ਵਿਨਾਸ਼ ਨਹੀਂ ਹੈਗਾ, ਸਾਡਾ ਆਪਣਾ ਹੀ ਵਿਨਾਸ਼ ਹੈ। ਇਸ ਕਰਕੇ ਤਾਂ ਹੀ ਰਿਕੁਐਸਟ ਕੀਤੀ ਜਾਂਦੀ ਹੈ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਵੱਲੋਂ ਵੀ, ਬਹੁਤ ਸਾਰੇ ਬੁੱਧੀਜੀਵ ਵੱਲੋਂ ਵੀ ਕਿ ਕਮ ਸੇ ਕਮ ਅਸੀਂ ਰੁੱਖ ਵੀ ਲਗਾਈਏ ਔਰ ਚੰਗੇ ਆਪਦੇ ਜਿਹੜੇ ਟਰੈਡੀਸ਼ਨਲ ਰੁੱਖ ਨੇ, ਦਰਖਤ ਨੇ, ਪੁਰਾਤਨ ਸਮੇਂ ਦੇ, ਸਾਡੇ ਬਜ਼ੁਰਗਾਂ ਦੇ ਸਮੇਂ ਦੇ, ਉਹ ਰੁੱਖਾਂ ਨੂੰ ਅਸੀਂ ਵਾਪਸ ਜਿੰਦਾ ਕਰੀਏ, ਵਾਪਸ ਆਪਣੇ ਨੀਅਰ ਡੀਅਰ ਰੱਖੀਏ, ਕਿਉਂਕਿ ਉਹ ਇਕੱਲੀ ਹਰਿਆਲੀ ਦਾ ਕੰਮ ਨਹੀਂ ਕਰਦੇ, ਉਹ ਦਵਾਈ ਦਾ ਕੰਮ ਵੀ ਕਰਦੇ, ਰੈਮਡੀਜ਼ ਦਾ ਕੰਮ ਵੀ ਕਰਦੇ ਆ ਔਰ ਉਹ ਸਾਨੂੰ ਲੰਬੇ ਜੀਵਨ 100 ਸਾਲ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਵੈਲਥ ਕੇਅਰ ਪਰਿਵਾਰ ਨੇ, ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਨੇ ਜੋ ਮਿਸ਼ਨ ਬਣਾਇਆ 100 ਸਾਲ ਤੱਕ ਲੈ ਕੇ ਜਾਣ ਦਾ ਉਦਮ ਪੈਦਾ ਕਰਨਾ, ਤਾਂ ਉਦੋਂ ਹਿੱਸਾ ਨੇ, ਉਹ ਸਾਡੇ ਜੀਵਨ ਦਾ ਹਿੱਸਾ ਨੇ। ਸੋ ਹਰਿਆਲੀ ਔਰ ਮਾਹੌਲ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਅਸੀਂ ਕੰਜਸਟਡ ਇਨਵਾਇਰਮੈਂਟ 'ਚ ਰਹਿੰਦੇ ਹਾਂ, ਕੰਜਸਟਡ ਮਾਹੌਲ 'ਚ ਰਹਿੰਦੇ ਹਾਂ, ਛੋਟੇ ਘਰਾਂ 'ਚ ਰਹਿੰਦੇ ਹਾਂ ਔਰ ਜਿਹਦਾ ਚਾਰੇ ਪਾਸੇ ਕਵਰਡ ਹੈ, ਵੈਂਟੀਲੇਸ਼ਨ ਬਹੁਤ ਅੱਛੀ ਨਹੀਂ ਹੁੰਦੀ ਗੀ, ਬਹੁਤ ਸਾਰੇ ਘਰਾਂ 'ਚ ਸਨਲਾਈਟ ਵੀ ਨਹੀਂ ਜਾ ਰਹੀ ਹੁੰਦੀ,
ਤਾਂ ਇਹ ਵੀ ਬਹੁਤ ਇੱਕ ਕਮੀ ਦਾ ਕਾਰਨ ਬਣ ਜਾਂਦੀ ਹੈਗੀ ਔਰ ਜਿਹੜੀ ਸਾਡੇ ਦਿਮਾਗ ਨੂੰ ਰੀਚਾਰਜ, ਸਾਡੀ ਬਾਡੀ ਨੂੰ ਰੀਚਾਰਜ ਨਹੀਂ ਕਰ ਪਾਉਂਦੀ, ਸਾਡੇ ਬਾਡੀ ਦੇ ਸੈੱਲਸ ਨੂੰ ਰੀਫਾਰਮ ਕਰਨ ਦੇ ਵਿੱਚ ਹੈਲਪ ਨਹੀਂ ਕਰ ਪਾਉਂਦੀ ਔਰ ਜਿਹੜੀ ਅੱਗੇ ਜਾ ਕੇ ਸਾਡੇ ਅੰਦਰ ਆਕਸੀਜਨ ਲੈਵਲ ਘਟਦਾ ਹੈ। ਜਦੋਂ ਆਕਸੀਜਨ ਲੈਵਲ ਘਟਦਾ ਸਾਡੇ ਬ੍ਰੇਨ ਦੇ ਸੈੱਲ ਦਾ ਵੀ ਆਕਸੀਜਨ ਲੈਵਲ ਘਟਦਾ ਹੈ, pH ਘਟਦਾ ਹੈ ਤੇ ਸਾਡੇ ਅੰਦਰ ਸਟ੍ਰੈਸ এনवायरमेंट ਪੈਦਾ ਹੋ ਜਾਂਦਾ ਹੈ। ਜਿਵੇਂ ਕਿ ਲਾਸਟ ਆਪਾਂ ਇੱਕ ਵੀਡੀਓ 'ਚ ਦੱਸਿਆ ਵੀ ਸੀ, 2 ਟਾਈਮ ਨੋਬਲ ਪ੍ਰਾਈਜ਼ ਵਿਨਰ ਡਾਕਟਰ ਲਾਇਨਸ ਪੌਲਿੰਗ ਨੇ ਦੁਨੀਆ ਨੂੰ ਜਿਹੜਾ ਚੌਥਾ ਕਾਰਨ ਦੱਸਿਆ ਸੀ ਕਿ ਪੂਰੇ ਵਿਸ਼ਵ ਦੇ ਰੋਗੀ ਹੋਣ ਦਾ, ਉਹ ਸੀ ਸਟ੍ਰੈਸ। ਤਾਂ ਉਹ ਚੀਜ਼ ਸੱਚ ਹੈ, ਉਹ ਸਾਬਤ ਹੋ ਰਹੀ ਹੈ। ਤਾਂ ਅਲਟੀਮੇਟ ਜੇ ਗਲਤੀਆਂ ਸਾਡੀਆਂ ਨੇ ਉਹਨੂੰ ਅਸੀਂ ਜਿਹੜਾ ਕਿ ਸੁਧਾਰਨਾ ਵੀ ਅਸੀਂ ਹੈ। ਇਨਸਾਨ ਗਲਤੀਆਂ ਦਾ ਪੁਤਲਾ ਹੈ, ਬਟ ਇਹਦਾ ਮਤਲਬ ਇਹ ਨਹੀਂ ਕਿ ਵਾਰ-ਵਾਰ ਇੱਕੋ ਗਲਤੀ ਨੂੰ ਰਿਪੀਟ ਕਰੀਏ। ਗਲਤੀ ਇੱਕ ਵਾਰੀ ਹੋਈ ਉਹ ਤੋਂ ਸਿੱਖਿਆ ਲਈਏ ਔਰ ਅੱਗੇ ਅਸੀਂ ਹੋਰ ਸੁਧਰੇ ਰੂਪ 'ਚ ਚੱਲੀਏ। ਤਾਂ ਹੀ ਅਸੀਂ ਹਮੇਸ਼ਾ ਹੀ ਅਰਦਾਸ ਦੇ ਵਿੱਚ ਵੀ ਬੋਲਦੇ ਹਾਂ ਕਿ ਅਸੀਂ ਸਾਰੇ ਤੇਰੇ ਬੱਚੇ ਤੇਰੀ ਇਸ ਕੁਦਰਤ ਨੂੰ ਵਿਗਾੜਨ ਦੇ ਕਸੂਰਵਾਰ ਹਾਂ। ਸਾਨੂੰ ਇਸ ਤਰ੍ਹਾਂ ਦੀ ਸੂਝ ਤੇ ਸਮਝ ਦੇ ਦੇ ਕਿ ਅਸੀਂ ਲੰਘੀ ਜਿਹੜੀ ਬਚ ਗਈ ਜ਼ਿੰਦਗੀ ਹੈ ਉਹਨੂੰ ਅਸੀਂ ਕੁਦਰਤ ਦੀ ਸੇਵਾ ਤੇ ਉਹਨੂੰ ਬਣਾਉਣ ਦੇ ਵਿੱਚ ਗੁਜ਼ਾਰ ਸਕੀਏ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬੜੇ ਵਿਸਥਾਰ ਦੇ ਨਾਲ ਜਿਹੜਾ ਸਟ੍ਰੈਸ ਮੈਨੇਜਮੈਂਟ ਨੂੰ ਜਿਹੜਾ ਸਟ੍ਰੈਸ ਨੂੰ ਮੈਨੇਜ ਕਰਨ ਦਾ ਜਿਹੜਾ ਉਹ ਤਰੀਕਾ ਦੱਸਿਆ, ਤਣਾਅ ਨੂੰ ਜਿਹੜਾ ਉਹ ਕਾਬੂ 'ਚ ਕਰਨ ਦਾ ਤਰੀਕਾ ਤੁਸੀਂ ਦੱਸਿਆ ਹੈਗਾ। ਤੁਸੀਂ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਜਦੋਂ ਬੰਦੇ ਨੂੰ ਤਣਾਅ ਜਾਂ ਡਿਪਰੈਸ਼ਨ ਆਉਂਦਾ ਤਾਂ ਉਦੋਂ ਬੰਦੇ ਨੂੰ ਕੀ ਕਰਨਾ ਚਾਹੀਦਾ, ਆਤਮ ਹੱਤਿਆ ਦਾ ਵਿਚਾਰ ਕਰਨ ਵਾਲੇ ਬੰਦਿਆਂ ਨੂੰ ਜਿਹੜਾ ਉਹ ਕੀ ਕਰਨਾ ਚਾਹੀਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਪਿਆਰ ਔਰ ਆਸ਼ੀਰਵਾਦ ਬਣਾਈ ਰੱਖਿਓ। ਤਾਂ ਅੱਜ ਤੁਹਾਡੇ ਪਿਆਰ ਔਰ ਆਸ਼ੀਰਵਾਦ ਨਾਲ ਇੱਕ ਉਤਸ਼ਾਹ ਮਿਲਦਾ ਔਰ ਅੱਛੇ ਕੰਟੈਂਟਸ 'ਤੇ ਕੰਮ ਕਰਨ ਨੂੰ ਫਿਰ ਮਨ ਵੀ ਕਰਦਾ ਔਰ ਉਹਨੂੰ ਤੁਹਾਡੀ ਸੇਵਾ ਦੇ ਵਿੱਚ ਅਸੀਂ ਪਰੋਸਦੇ ਵੀ ਰਹਾਂਗੇ। ਥੈਂਕ ਯੂ ਸਰ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਸਟ੍ਰੈਸ ਮੈਨੇਜਮੈਂਟ ਦੇ ਸੰਬੰਧ ਵਿੱਚ ਲੰਬੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਜਦੋਂ ਬੰਦੇ ਨੂੰ ਤਣਾਅ ਆਉਂਦਾ ਤਾਂ ਉਹ ਬੰਦਾ ਇਹ ਸੋਚਦਾ ਤਾਂ ਵੀ ਮੈਂ ਤਣਾਅ 'ਚ ਹਾਂ, ਮੈਨੂੰ ਆਹ ਹੋ ਗਿਆ। ਲੇਕਿਨ ਜਦੋਂ ਗੱਲ ਕਿਸੇ ਹੋਰ ਨਾਲ ਕਰ ਰਿਹਾ ਹੁੰਦਾ ਤਾਂ ਉਹ ਕਹਿੰਦਾ ਮੇਰਾ ਹੱਥ, ਮੇਰਾ ਸਰੀਰ, ਮੇਰਾ ਮੂੰਹ, ਮੇਰੇ ਕੰਨ। ਇਹਦਾ ਮਤਲਬ 2 ਜਣੇ ਨੇ, ਆਤਮਾ ਔਰ ਸਰੀਰ 2 ਚੀਜ਼ਾਂ ਨੇ। ਅਤੇ ਜਦੋਂ ਬੰਦਾ ਆਤਮਾ ਨੂੰ ਵੀ ਰੋਗੀ ਕਰ ਲੈਂਦਾ ਸਰੀਰ ਦੇ ਨਾਲ ਨਾਲ, ਉਦੋਂ ਫਿਰ ਰੋਗ ਦੇ ਵਿੱਚੋਂ ਨਿਕਲਣ ਦਾ ਕੋਈ ਕਾਰਨ ਨਹੀਂ ਬਚ ਜਾਂਦਾ, ਕਿਉਂਕਿ ਆਤਮਾ ਜਿਹੜੀ ਆ ਉਹ ਸਭ ਤੋਂ ਵੱਡਾ ਕੈਰੀਅਰ ਹੈ ਬੰਦੇ ਨੂੰ ਹਰ ਚੀਜ਼ ਦੇ ਵਿੱਚੋਂ ਬਾਹਰ ਕੱਢਣ ਦਾ। ਅਤੇ ਜੇਕਰ ਆਤਮਾ ਹੀ ਰੋਗੀ ਕਰਕੇ ਬਹਿ ਜਾਏਗਾ ਤਾਂ ਫਿਰ ਉਹਦੇ ਵਿੱਚੋਂ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਰਹਿੰਦਾ। ਅਤੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਸਰੀਰ ਅਤੇ ਆਤਮਾ 2 ਅੱਡ-ਅੱਡ ਕਰਕੇ ਸੋਚਣੇ ਪੈਣਗੇ। ਅਤੇ ਜਦੋਂ ਆਪਾਂ ਅੱਡ-ਅੱਡ ਕਰਕੇ ਸੋਚਾਂਗੇ ਤਾਂ ਫਿਰ ਅੱਧੀਆਂ ਜਿਹੜੀ ਮੁਸੀਬਤਾਂ, ਅੱਧੇ ਜਿਹੜੇ ਸਟ੍ਰੈਸ ਨੇ ਉਹ ਉਸੇ ਵੇਲੇ ਹਟ ਜਾਣਗੇ ਅਤੇ ਸਾਨੂੰ ਮੈਨੇਜ ਕਰਨ ਦਾ ਜਿਹੜਾ ਤਰੀਕਾ ਉਹ ਸਾਨੂੰ ਸਮਝ ਆ ਜਾਏਗਾ। ਅਤੇ ਫਿਰ ਉਹਨੂੰ ਮੈਨੇਜ ਕਿਸ ਤਰੀਕੇ ਨਾਲ ਕਰਨਾ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਨੇ ਪੂਰੇ ਵਿਸਥਾਰ ਦੇ ਵਿੱਚ ਸਾਨੂੰ ਦੱਸਿਆ ਹੈਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਟ੍ਰੈਸ ਦੇ ਵਿੱਚ ਹਰ ਕੋਈ ਹੈ, ਡਿਪਰੈਸ਼ਨ ਦੇ ਵਿੱਚ ਜਿਹੜੀ ਬਹੁਤ ਦੁਨੀਆ ਹੈਗੀ ਆ, ਕਿਉਂਕਿ ਪਦਾਰਥਵਾਦੀ ਜਿਹੜੀ ਜ਼ਿੰਦਗੀ ਦੇ ਵਿੱਚ ਉਹ ਹਰ ਕੋਈ ਜਿਹੜਾ ਪਦਾਰਥਾਂ ਦੇ ਵਿੱਚੋਂ ਭੱਜਿਆ ਹੋਇਆ ਵੱਲ ਭੱਜਦਾ ਹੋਇਆ, ਪਦਾਰਥਾਂ ਦੀ ਥੋੜ੍ਹ ਖਣੋ ਜਿਹੜਾ ਉਹ ਇੱਕ ਡਿਪਰੈਸ਼ਨ ਦੇ ਵਿੱਚ ਜਾ ਰਿਹਾ, ਚਿੰਤਾ ਦੇ ਵਿੱਚ ਜਾ ਰਿਹਾ। ਅਤੇ ਉਹਨਾਂ ਲਈ ਜੇਕਰ ਚੰਦ ਬੰਦੇ ਵੀ ਜਿਹੜੀ ਇਸ ਵੀਡੀਓ ਤੋਂ ਫਾਇਦਾ ਚੁੱਕ ਕੇ ਆਪਣਾ ਜੀਵਨ ਸਫਲ ਕਰ ਗਏ ਤਾਂ ਅਸੀਂ ਸਮਝਾਂਗੇ ਕਿ ਸਾਡੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਆਪਣੀ ਇਸ ਵੀਡੀਓ ਦੇ ਉੱਤੇ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਸਾਨੂੰ ਇਹ ਦੱਸਣਾ ਕਿ ਕਿਹੜਾ ਪਾਰਟ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਅਤੇ ਕੀ ਕਮੀ ਰਹਿ ਗਈ ਹੈ, ਤਾਂ ਕਿ ਅੱਗੇ ਤੋਂ ਜਦੋਂ ਅਸੀਂ ਇਹੋ ਜਿਹਾ ਕੋਈ ਟੌਪਿਕ ਚੱਕੀਏ ਤਾਂ ਉਸ ਦੇ ਵਿੱਚ ਉਸ ਪਾਰਟ ਨੂੰ ਅਸੀਂ ਜ਼ਰੂਰ ਜਿਹੜਾ ਉਹ ਨਾਲ ਛੋਈਏ ਅਤੇ ਉਸ ਨੂੰ ਵਿਸਥਾਰ ਦੇ ਨਾਲ ਤੁਹਾਡੇ ਤੱਕ ਸਾਹਮਣੇ ਰੱਖੀਏ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।